ਇਹ ਤੇਲ ਇਤਨਾ ਫਾਇਦੇਮੰਦ ਆ ਲੋਕਾਂ ਦੇ, ਵੀ ਜਿੱਥੇ ਵੀ ਕੋਈ ਦਰਦ ਆ ਉੱਥੇ ਤੁਸੀਂ ਇਹਨੂੰ ਲਾ ਦਿਓ। ਮਾਲਿਸ਼ ਨਹੀਂ ਕਰਨੀ, ਲਾਉਣਾ ਹੀ ਆ ਬਸ, ਸਿਰਫ ਟੱਚ ਕਰਨਾ। ਜੇ ਗੋਡੇ ਵਧਣ ਵਾਲੇ ਜਾਂ ਪੰਗ ਆ, ਦਰੰਗ ਆ, ਜਾਂ ਤੁਹਾਡੇ ਸਰਵਾਈਕਲ ਹੈ, ਇਹ ਉਹਨੂੰ ਠੀਕ ਕਰਦਾ ਜੀ। ਉਸ ਤੋਂ ਬਾਅਦ ਲਾਣੇ ਤੋਂ ਬਾਅਦ 1-2 ਮਿੰਟ ਬਾਅਦ ਤੁਸੀਂ ਕੋਸਾ ਪਾਣੀ ਪੀਣਾ, ਅੱਧਾ ਗਲਾਸ। ਇਹ ਇੰਨਾ ਵਧੀਆ ਤੇਲ ਆ, ਮੇਰਾ ਖਿਆਲ ਵੀ ਇਸ ਤੇਲ ਦੇ ਨਾਲ ਲੋਕੀ ਇੰਨੇ ਠੀਕ ਹੋ ਚੁੱਕੇ ਆ। ਸਰਵਾਈਕਲ ਦੇ ਉੱਤੇ ਕੋਈ ਵੀ ਇਲਾਜ ਨਹੀਂ ਅੰਗਰੇਜ਼ੀ ਦਵਾਈਆਂ ਦਾ ਜੀ। ਇਸ ਤੇਲ ਨੂੰ ਤੁਸੀਂ ਵਰਤੋ, ਔਰ ਤੇਲ ਦਾ ਵਰਤਣਾ ਇਹੀ ਆ, ਸਵੇਰੇ ਨਹਾਣੇ ਤੋਂ ਬਾਅਦ ਲਾਣਾ ਤੇਲ। ਗੋਡੇ ਜਿਹਦੇ ਬਦਲਣ ਵਾਲੇ ਆ ਉਹਦੇ ਗੋਡੇ ਬਦਲਣ ਦੀ ਲੋੜ ਨਹੀਂ ਹੈਗੀ। ਜੇ ਉਹਦੇ ਪਿੰਨੀਆਂ ਦੇ ਦਰਦ ਆ ਉਹ ਵੀ ਠੀਕ ਹੋਊਗੀ, ਜਾਂ ਪੰਜੇ 'ਚ ਦਰਦ ਆ, ਜਾਂ ਲੱਕ 'ਚ ਦਰਦ ਆ, ਜਾਂ ਲੱਕ ਦੀ ਬੈਲਟ ਲਾਣੀ ਆ ਤੇ ਉਹਦੇ ਤੇ ਵੀ ਬਹੁਤ ਰਾਹਤ ਹੈ। ਇਹਨੂੰ ਇੱਕ ਰਾਤ ਨੂੰ ਤੁਸੀਂ ਸੌਣ ਲੱਗਿਆਂ ਤੋਂ ਬਾਅਦ ਲਾਣਾ। ਇਹ ਤੁਸੀਂ ਇਸ ਤੇਲ ਦਾ ਤੁਸੀਂ ਪ੍ਰਯੋਗ ਕਰ ਸਕਦੇ ਆ। ਅੱਖਾਂ ਦੇ ਉੱਤੇ ਮੈਂ ਗੱਲ ਕਰਨਾ ਚਾਹੁੰਦਾ ਵੀ ਅੱਖਾਂ ਦੇ ਵਿੱਚ ਚਿੱਟਾ ਮੋਤੀਆ, ਕਾਲਾ ਮੋਤੀਆ ਬਹੁਤ ਉਤਰਿਆ, ਛੋਟੇ ਛੋਟੇ ਬੱਚਿਆਂ ਦੇ ਐਨਕਾਂ ਲੱਗਦੀਆਂ ਜੀ। ਇਹ ਜਿਹੜੀ ਦਵਾਈ ਅਸੀਂ ਤਿਆਰ ਕੀਤੀ ਆ, ਇਹ ਚਿੱਟਾ ਔਰ ਕਾਲਾ ਮੋਤੀਆਂ ਨੂੰ 30 ਦਿਨਾਂ ਦੇ ਵਿੱਚ ਠੀਕ ਕਰਦੀ। ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਹੈ। ਦੂਸਰਾ ਰਹੇਗਾ, ਕੋਈ ਬੱਚੇ ਆ 12 ਸਾਲ ਤੋਂ ਉੱਪਰ ਹੋਣ, ਉਹ ਵਰਤ ਸਕਦੇ, ਉਹਨਾਂ ਦੀ ਐਨਕ ਉਤਰ ਸਕਦੀ ਆ। ਜੇ 10 ਨੰਬਰ ਦਾ ਚਸ਼ਮਾ ਹੋਵੇ ਉਹ ਵੀ ਬੰਦੇ ਦਾ ਉਤਰ ਜਾਏ। ਦਵਾਈ ਇੰਨੀ ਕਾਰਗਰ ਹੈ। ਆਮ ਬੰਦਾ ਵੀ ਜੇ ਕਿਸੇ ਦੀ ਨਿਗਾਹ ਘੱਟ ਹੋਵੇ ਜਾਂ ਜਾਲਾ ਹੈ, ਉਹ ਵੀ ਆਮ ਬੰਦਾ ਵੀ ਇਸ ਦਵਾਈ ਨੂੰ ਪਾ ਸਕਦਾ ਹੈ। ਇਹ ਸਾਡੀ ਦਵਾਈ ਬਹੁਤ ਵਧੀਆ ਦਵਾਈ ਹੈ। ਇਸ ਨੂੰ ਤੁਸੀਂ ਵਰਤਣ ਤੇ ਬਹੁਤ ਹੀ ਲਾਭ ਆ ਅੱਖਾਂ ਵਾਲਿਆਂ ਨੂੰ। ਇਹਨੂੰ ਜਿਹੜਾ ਕੋਈ ਆਪਰੇਸ਼ਨ ਹੋਇਆ ਜਾਂ ਲੈਂਜ ਪਾਇਆ ਉਹਦੇ 'ਚ ਵੀ ਤੁਸੀਂ ਪਾ ਸਕਦੇ। ਤਾਂ ਪਾਉਣੇ ਦਾ ਤਰੀਕਾ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦਾ। ਰਾਤ ਨੂੰ ਸੌਣ ਲੱਗਿਆਂ 3 ਤਿਪਕੇ ਪਾਉਣੇ ਆ ਅੱਖ ਵਿੱਚ, ਚਾਹੇ ਲੈਂਜ ਆ ਚਾਹੇ ਤੁਹਾਡਾ ਆਪਰੇਸ਼ਨ ਆ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਅਸੀਂ ਹੁਣੀ ਮਾਨ ਆਯੁਰਵੈਦਿਕ ਦਵਾਖਾਨਾ ਇੱਥੇ ਪਹੁੰਚੇ ਹਾਂ ਤੇ ਜਦੋਂ ਪਹੁੰਚੇ ਤਾਂ ਅਸੀਂ ਦੇਖਿਆ ਕਿ ਇੱਕ ਇੱਥੇ ਮਰੀਜ਼ ਆਏ ਨੇ, ਖਾਸ ਕਰਕੇ ਜਿਨ੍ਹਾਂ ਨੂੰ ਗੋਡਿਆਂ ਦੀ ਇੱਥੇ ਤਕਲੀਫ ਹੈਗੀ ਹੈ, ਕਾਫੀ ਸਾਲਾਂ ਤੋਂ ਦੱਸ ਰਹੇ ਨੇ। ਕਿੱਥੋਂ ਆਏ ਹੋ ਜੀ ਤੁਸੀਂ? ਮੈਂ ਲੁਧਿਆਣਾ ਤੋਂ। ਨਾਮ ਕੀ ਹੈ ਤੁਹਾਡਾ? ਸਰਜੀਤ ਸਿੰਘ ਜੀ। ਤੇ ਕਰਦੇ ਕਿਉਂ ਕੰਮਕਾਜ? ਮੇਰੀ ਮੋਹਨ ਦੀ ਕੈਂਸਰ ਹਸਪੀਟਲ ਜੌਬ ਕਰਦਾ ਸੀ ਮੈਂ ਜੀ। ਅੱਛਾ ਜੀ। ਮੇਰੇ ਕੋਲ ਮੇਨਟੇਨੈਂਸ ਦਾ ਕੰਮ ਸੀ ਉੱਥੇ। ਅੱਛਾ ਜੀ। ਤੇ ਉੱਥੋਂ ਵੀ ਮੈਂ ਮੈਡੀਸਨ ਖਾਂਦਾ ਰਿਹਾ ਤੇ ਫਿਰ ਇਹਨਾਂ ਦਾ ਫੇਸਬੁੱਕ ਤੇ ਮੈਂ ਐਡਰੈਸ ਪੜ੍ਹਿਆ, ਦੇਖਿਆ ਜੀ, ਤੇ ਫਿਰ ਅੱਜ ਇਹਨਾਂ ਦੇ ਕੋਲ ਅਸੀਂ ਮੈਡੀਸਨ ਲੈਣ ਆਏ ਹਾਂ। ਜਿਹੜੇ ਕਿ ਮੈਂ ਇਹਨਾਂ ਦਾ ਤੇਲ ਲਗਾਇਆ, ਕੁਝ ਅੱਧੇ ਮਿੰਟ 1.5 ਮਿੰਟ ਦੇ ਵਿੱਚ ਮੈਨੂੰ ਫਰਕ ਪਿਆ ਤੇ ਖੜ ਕੇ ਮੈਂ ਆਪਣੀ ਪੈਂਟ ਵੀ ਪਾ ਲਈ ਆ, ਵੀ ਜਿਹੜੀ ਮੇਰੇ ਕੋਲ ਪੈਂਟ ਨਹੀਂ ਸੀ ਪੈਂਦੀ ਪਹਿਲਾਂ। ਕਾਫੀ ਤਕਲੀਫ ਸੀ। ਕਿੰਨੇ ਚਿਰ ਤੋਂ ਤੁਹਾਨੂੰ ਤਕਲੀਫ ਸੀ? ਮੈਨੂੰ 4 ਸਾਲ ਤੋਂ ਜੀ। ਕਾਰਨ ਵਜ੍ਹਾ ਕੀ ਰਹੀ ਹੋਏਗੀ ਗੋਡਿਆਂ ਦੀ ਜਿਹੜੀ ਤਕਲੀਫ ਸੀ? ਵੈਸੇ ਹੀ ਏਜ ਦੇ ਨਾਲ? ਏਜ ਦੇ ਹਿਸਾਬ ਨਾਲ ਮੇਰੀ 63 ਹੈ ਏਜ ਜੀ ਜੀ। ਤੇ ਉਹਨਾਂ ਨੇ ਕਿਹਾ ਸੀਗਾ ਵੀ ਇਹ ਗੋਡੇ ਬਦਲਾਉਣੇ ਪੈਣਗੇ, ਕਰਨੇ ਪੈਣਗੇ। ਫਿਰ ਇਹਨਾਂ ਐਡਰੈਸ ਪੜਿਆ ਤੇ ਫਿਰ ਮੈਂ ਚਲੋ ਇੱਥੇ ਆਇਆ। ਪਹਿਲੀ ਵਾਰ ਆ ਰਹੇ ਹੋ ਤੁਸੀਂ? ਪਹਿਲੀ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਮਾਨ ਆਯੁਰਵੈਦਿਕ ਦਵਾਖਾਨਾ ਅਸੀਂ ਅੱਜ ਪਹਿਲੇ ਦਿਨ ਆਏ ਹਾਂ ਤੇ ਥੋੜੀ ਦੇਰ ਪਹਿਲੇ ਜਿਹੜੇ ਨੇ ਸਰਦਾਰ ਸਾਹਿਬ ਨੇ ਆਪ ਜਿਹੜਾ ਹੈਗਾ ਜਿਹੜੇ MD ਨੇ ਮਲਕੀਤ ਸਿੰਘ ਜੀ, ਉਹਨਾਂ ਨੇ ਖੁਦ ਜਿਹੜੇ ਇਹਨਾਂ ਦੇ ਤੇਲ ਲਾਇਆ। ਇੱਕ ਪੇਨ ਰਿਲੀਫ ਜਾਂ ਇੱਕ ਤੇਲ ਹੈ ਇਹਨਾਂ ਦਾ। ਜੇ ਗੱਲ ਕਰੀਏ ਤਾਂ ਤੁਹਾਨੂੰ ਮੈਂ ਵੀ ਦਿਖਾ ਦੇਣੀ ਹੈ। ਇੱਕ ਵਾਰੀ ਇਹਨਾਂ ਨੇ ਰੱਖਿਆ ਹੁਣੀ ਸਾਡੇ ਸਾਹਮਣੇ, ਇਹੀਓ ਤੇਲ ਜਿਹੜਾ ਸੀਗਾ ਇਹਨਾਂ ਨੇ ਲਾਇਆ। ਔਰ ਇਸ ਤੇਲ ਨੂੰ ਲਾਉਣ ਤੋਂ ਬਾਅਦ ਮੈਂ ਆਪਣੀ ਅੱਖਾਂ ਸਾਹਮਣੇ ਦੇਖਿਆ ਵੀ ਨਾਲ ਦੀ ਨਾਲ ਤੇਲ ਲਾਉਂਦੇ ਆ। ਔਰ ਸਿਰਫ ਉਹਨਾਂ ਨੇ ਕਿਹਾ ਕਿ ਤੇਲ ਮਲਣਾ ਵੀ ਨਹੀਂ ਹੈਗਾ, ਸਿਰਫ ਟੱਚ ਕਰਨਾ ਹੈ, ਮਤਲਬ ਕਿ ਸਿਰਫ ਲਾਉਣਾ ਹੈਗਾ। ਤਲੀਆਂ ਤੇ ਲਾਇਆ ਉਹਨਾਂ ਨੇ, ਗੋਡੇ ਤੋਂ ਲੈ ਕੇ ਪੂਰੇ ਦੇ ਪੂਰੀ ਉਹਨਾਂ ਦੇ ਨਾਲ ਲਾਇਆ। ਜਿਸ ਤਰੀਕੇ ਨਾਲ ਸਰਦਾਰ ਸਾਹਿਬ ਦੱਸ ਰਹੇ ਵੀ ਮੈਂ ਲੁਧਿਆਣਾ ਤੋਂ ਆਇਆ ਤੇ ਮੈਂ ਇੱਥੇ ਕਾਫੀ ਤਕਲੀਫ 'ਚ ਸੀਗਾ, ਔਰ 1.5-2 ਮਿੰਟ ਦੇ ਬਾਅਦ ਹੀ ਉਹਨਾਂ ਨੇ ਆਪ ਕਿਹਾ ਵੀ ਮੈਂ ਆਪਣਾ ਪਜਾਮਾ ਜਾਂ ਲੋਅਰ ਕੋਈ ਵੀ ਚੀਜ਼ ਜਿਹੜੀ ਆਪ ਨਹੀਂ ਸੀ ਪਾ ਸਕਦਾ ਤੇ ਮੈਂ ਗੋਡੇ ਮੋੜ ਕੇ ਆਪਣੀ ਪੈਂਟ ਜਿਹੜੀ ਹੈ ਪਾਈ ਹੈ। ਇੱਦਾਂ ਹੀ ਹੋਇਆ ਜੀ? ਹਾਂਜੀ ਹਾਂਜੀ ਬਿਲਕੁਲ। ਤੇ ਤੁਸੀਂ ਹੁਣ ਫਿਰ ਇੱਥੇ ਮਤਲਬ ਕਿ ਤੁਹਾਨੂੰ ਕਾਫੀ ਰਿਲੀਫ ਮਿਲਿਆ ਇੱਕਦਮ? ਹਾਂਜੀ ਹਾਂਜੀ ਬਿਲਕੁਲ। ਇਸ ਟਾਈਮ ਤੇ ਮੈਂ ਬਿਲਕੁਲ ਨਹੀਂ ਤੇ ਇਸ ਤਰ੍ਹਾਂ ਕਰਨਾ, ਆਵਾਜ਼ ਆਉਣੀ ਵਿੱਚੋਂ ਹੀ, ਟਕ ਟਕ ਦੀ ਆਵਾਜ਼ ਆਉਂਦੀ ਹੈ ਆਉਣੀ। ਇਸ ਟਾਈਮ ਤੇ ਮੈਂ ਬਹੁਤ ਜਾਣੀ ਕਿ 90% ਮੈਂ ਆਪਣੇ ਆਪ ਨੂੰ ਰਿਲੀਵ ਕਰ ਲਿਆ। ਉਹ ਕਹਿ ਰਹੇ ਜਿਸ ਤਰੀਕੇ ਦੇ ਨਾਲ ਕਿ ਗੋਡੇ ਬਦਲਣ ਦੇ ਨਾਲ ਸਭ ਤੋਂ ਵੱਡੀ ਪ੍ਰੋਬਲਮ, ਖਾਸ ਕਰਕੇ ਜਦੋਂ ਵੀ ਗੋਡਿਆਂ ਦੀ ਤਕਲੀਫ ਹੁੰਦੀ ਤੇ ਡਾਕਟਰ ਜਿਹੜੇ ਨੇ ਪਹਿਲੀ ਵਾਰ 'ਚ ਇਹੀ ਕਹਿੰਦੇ ਵੀ ਤੁਹਾਡੇ ਗੋਡਿਆਂ ਨੂੰ ਹੁਣ ਬਦਲਣਾ ਪਏਗਾ, ਜਿਹੜੇ ਨੇ ਦੂਸਰੇ ਗੋਡੇ ਲਵਾਉਣੇ ਪੈਣਗੇ, ਜਿਹੜੇ ਆਰਟੀਫਿਸ਼ੀਅਲ ਲਿੰਬਸ ਹੁੰਦੇ ਆ। ਪਰ ਸਿਰਫ ਇੱਕ ਤੇਲ ਜੇ ਐਡੀ ਚਮਤਕਾਰੀ ਗੱਲ ਕਰ ਸਕਦਾ ਹੈ, ਇੰਨਾ ਲੋਕਾਂ ਨੂੰ ਰਿਲੀਫ ਦੇ ਸਕਦਾ, ਤੇ ਵਾਕਈ ਇਹ ਬੜੀ ਵੱਡੀ ਗੱਲ ਹੈਗੀ ਹੈ। ਬਾਕੀ ਤਾਂ ਸਰਦਾਰ ਸਾਹਿਬ ਦੱਸ ਹੀ ਰਹੇ ਆ। ਹਾਂਜੀ। 79 ਸੈਕਟਰ 'ਚ ਬੇਸਮੈਂਟ 'ਚ ਇੱਕ ਦਵਾਖਾਨਾ ਹੈਗਾ ਆਯੁਰਵੈਦਿਕ, ਖਾਸ ਕਰਕੇ, ਤੇ ਉਹਨਾਂ ਦੇ ਇੱਥੇ ਆਏ ਆ। ਬੜਾ ਨਾਮ ਸੁਣਿਆ ਸੀ ਇਹਨਾਂ ਦਾ, ਇਸ ਕਰਕੇ ਅਸੀਂ ਇੱਥੇ ਆਏ ਆ। ਆਪਰੇਸ਼ਨ ਲਗਾਤਾਰ ਜਿਹੜੇ ਨੇ ਉਹ ਲੋਕਾਂ ਦੇ ਕਰਨੇ ਪੈਂਦੇ। ਅੱਜ ਕੱਲ੍ਹ ਗੋਡਿਆਂ ਦੀ ਪ੍ਰੋਬਲਮ ਲੋਕਾਂ ਨੂੰ ਹੈਗੀ ਹੈ। ਜਿਹੜੇ ਪੁਰਸ਼ ਨੇ, ਜਿਹੜੇ ਮੇਲਸ ਨੇ, ਉਹਨਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈਗੀ ਹੈ, ਗਦੂਦ ਜਿਹਨੂੰ ਕਹਿੰਦੇ ਆ, ਉਹਦੀ ਪ੍ਰੋਬਲਮ ਹੈਗੀ ਹੈ। ਛੋਟੇ ਬੱਚਿਆਂ ਦੇ ਕਈਆਂ ਦੇ ਜਿਹੜੀ ਹੈ ਹਾਰਟ ਦੇ ਵਿੱਚ ਹੋਲ ਹੋ ਜਾਂਦਾ, ਜਿਹੜੀ ਛੇਦ ਹੈਗਾ, ਉਹਦੀ ਦਿੱਕਤਾਂ ਅੱਜ ਕੱਲ੍ਹ ਇੱਦਾਂ ਦੀ ਪਰੇਸ਼ਾਨੀਆਂ ਆ ਰਹੀਆਂ। ਅਤੇ ਜਦੋਂ ਵੀ ਕਿਸੇ ਵੀ ਮਰੀਜ਼ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਐਵੇਂ ਦੀ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਸਭ ਤੋਂ ਪਹਿਲੇ ਉਹ ਭੱਜਦਾ ਕਿਹਦੇ ਵੱਲ ਹੈ? ਐਲੋਪੈਥ ਵੱਲ।
ਅੰਗਰੇਜ਼ੀ ਦਵਾਈਆਂ ਵੱਲ, ਤੇ ਉਹ ਦੱਸਦੇ ਕੀ ਨੇ, ਬਹੁਤ ਸਾਰੇ ਟੈਸਟ, ਬਹੁਤ ਸਾਰੀਆਂ ਦਵਾਈਆਂ, ਤੇ ਜੇ ਉਹਦੇ ਤੋਂ ਵੀ ਨਾ ਛੁਟਕਾਰਾ ਹੋਵੇ ਤਾਂ ਫਿਰ ਸਿੱਧਾ ਆਪਰੇਸ਼ਨ। ਗੋਡਿਆਂ ਲਈ ਤਾਂ ਅੱਜ ਕੱਲ੍ਹ ਕਹਿੰਦੇ ਆ ਬੜਾ ਆਮ ਹੋ ਗਿਆ ਵੀ ਆਪਰੇਸ਼ਨ ਕਰਾ ਲਓ, ਗੋਡੇ ਬਦਲਵਾ ਲਓ। ਤੇ ਇੱਥੇ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਰਾਹਤ ਮਿਲੀ ਹੈ, ਆਰਾਮ ਮਿਲਿਆ ਹੈ। ਸਾਡੇ ਨਾਲ MD ਨੇ, ਮਾਲਕ ਨੇ ਇਸ ਦਵਾਖਾਨਾ ਦੇ, ਭਾਈ ਮਲਕੀਤ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੇਵਾ ਇਹਨਾਂ ਦਾ ਪਹਿਲਾ ਜਿਹੜਾ ਹੈਗਾ ਉਹ ਉਪਰਾਲਾ ਹੈਗਾ ਕਿ ਸੇਵਾ ਕੀਤੀ ਜਾਏ ਲੋਕਾਂ ਦੀ, ਉਸ ਮੁਹਿੰਮ ਨੂੰ ਲੈ ਕੇ ਚੱਲੇ ਹੋਏ ਹੈ। ਉਹ ਕਹਿੰਦੇ ਕਿ ਸਾਨੂੰ ਸਾਡੇ ਪੁਰਖਿਆਂ ਨੇ ਇਹੀ ਸਿਖਾਇਆ ਹੈ ਕਿ ਅਸੀਂ ਸਿੱਖੀ 'ਚ ਰਹੀਏ ਤੇ ਸੇਵਾ ਕਰੀਏ, ਤੇ ਉਸ ਚੀਜ਼ ਨੂੰ ਉਹ ਨਿਭਾ ਰਹੇ ਨੇ। ਪਿਛੋਕੜ ਇਹਨਾਂ ਦਾ ਹੈਗਾ ਅੰਬਾਲਾ ਕੈਂਟ ਤੋਂ, ਤੇ ਇੱਥੇ ਬੜੀ ਸ਼ਿੱਦਤ ਦੇ ਨਾਲ, ਅਸੀਂ ਜਦੋਂ ਦੇ ਵੀ ਇੱਥੇ ਆਏ ਹਾਂ, ਕਾਫੀ ਦੇਰ ਹੋਈ ਹੈ ਬੈਠੇ ਹਾਂ, ਅਸੀਂ ਦੇਖ ਰਹੇ ਹਾਂ ਬੜੀ ਸ਼ਿੱਦਤ ਦੇ ਨਾਲ ਜਿਹੜਾ ਦਵਾਈਆਂ ਲੋਕਾਂ ਨੂੰ ਲਾ ਰਹੇ ਨੇ, ਤੇ ਤੰਦਰੁਸਤ ਕਰਕੇ ਹੱਸਦੇ ਖੇਡਦੇ ਦਰਦ 'ਚ ਆਏ ਲੋਕਾਂ ਨੂੰ ਵੀ ਭੇਜ ਰਹੇ ਨੇ। ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਜੀ ਜਿਵੇਂ ਗੱਲ ਕੀਤੀ ਭਾਈ ਮਲਕੀਤ ਸਿੰਘ ਜੀ, ਤੁਸੀਂ ਖਾਸ ਕਰਕੇ ਦਵਾਈਆਂ ਵੀ ਦਿਖਾਈਆਂ, ਅਸੀਂ ਜਦੋਂ ਦੇ ਅਸੀਂ ਆਏ ਹਾਂ ਨੋਟਿਸ ਕਰ ਰਹੇ ਹਾਂ ਲੋਕ ਆ ਰਹੇ ਨੇ, ਦਰਦ 'ਚ ਆ ਰਹੇ ਨੇ, ਕਿਸੇ ਦੀ ਬਾਂਹ ਨਹੀਂ ਉੱਠਦੀ, ਕਿਸੇ ਦੇ ਗੋਡੇ ਦੇ ਦੁਖਦੇ ਨੇ, ਤੇ ਕਿੱਦਾਂ ਤੁਸੀਂ ਇਹ ਫਾਰਮੂਲਾ ਤਿਆਰ ਕੀਤਾ, ਕੀ ਦਵਾਈ ਹੈਗੀ ਹੈ ਤੁਹਾਡੀ ਜੀ? ਤੁਸੀਂ ਆ 2 ਮਰੀਜ਼ ਤੁਹਾਡੇ ਸਾਹਮਣੇ ਆਏ ਸੀ ਜਿਨ੍ਹਾਂ ਬਾਰੇ ਤੁਸੀਂ ਆਪੇ ਖੁਦ ਹੀ ਦੱਸ ਸਕਦੇ ਆ, ਔਰ ਤੁਸੀਂ ਵੀਡੀਓ ਵੀ ਬਣਾਈ ਆ, ਠੀਕ ਹੈ ਨਾ ਜੀ। ਇਹ ਅਸੀਂ ਉਹਦੇ ਤੇ ਗੋਡਿਆਂ ਦੇ ਉੱਤੇ ਇੱਕ ਤੇਲ ਬਣਾਇਆ, ਜਿਹੜਾ ਤੇਲ ਆ ਅਪੰਗ ਅਧਰੰਗ ਜਾਂ ਸਰਵਾਈਕਲ, ਕਿਤੇ ਵੀ ਸਰੀਰ 'ਚ ਦਰਦ ਹੋਵੇ, ਗੋਡਿਆਂ ਦਾ ਦਰਦ ਹੋਵੇ, ਜਿੱਦਾਂ ਗੋਡੇ ਬਦਲਣ ਵਾਸਤੇ ਕਹਤੇ ਆਪਣੇ ਹਸਪੀਟਲ ਤੋਂ ਡਾਕਟਰ ਨੇ ਦੇਖ ਕੇ ਚੈੱਕ ਕਰਕੇ, ਕਿਤੇ ਵੀ ਗੋਡੇ ਬਦਲਣ ਦੀ ਲੋੜ ਨਹੀਂ। ਕਿਸੇ ਵੀ ਮਤਲਬ ਤੁਹਾਡੇ ਸਰੀਰ ਤੇ ਸਰਵਾਈਕਲ ਹੈ ਜਾਂ ਤੁਹਾਡਾ ਮੋਢਾ ਨਹੀਂ ਖੜਦਾ, ਕਿਤੇ ਵੀ ਸਰੀਰ ਤੇ ਤੁਸੀਂ ਇਸ ਨੂੰ ਲਾਓਗੇ ਤੁਹਾਨੂੰ 2 ਮਿੰਟ ਦੇ ਵਿੱਚ 3 ਮਿੰਟ ਦੀ ਰਾਹਤ ਮਿਲਦੀ ਆ। ਇਹ ਲਾਣੇ ਤੋਂ ਬਾਅਦ ਤੇਲ ਤੁਸੀਂ ਅੱਧਾ ਗਲਾਸ ਪਾਣੀ ਦਾ ਪੀਣਾ। ਇਹ ਸਾਡੀ ਬਹੁਤ ਹੀ ਦਵਾਈ ਇਸ ਟਾਈਮ ਵਿਕ ਰਹੀ ਆ, ਬਹੁਤ ਦੂਰੋਂ ਕੈਨੇਡਾ, ਅਮਰੀਕਾ, ਗਰੀਸ, ਇਟਲੀ, ਉੱਥੇ ਤੱਕ ਵੀ ਕੋਰੀਅਰ ਦੀ ਸਾਡੀ ਡਿਮਾਂਡ ਹੋ ਰਹੀ ਹੈ, ਸਾਨੂੰ ਇਹ ਦਵਾਈ ਭੇਜੋ। ਕੁਝ ਲੋਕ ਸਾਡੀਆਂ ਬਿਲਡਿੰਗ ਦੀਆਂ ਵੀਡੀਓ ਜਿਹੜੀਆਂ ਦੇਖ ਰਹੇ, ਉਹਨਾਂ ਦੇ ਨਾਲ ਸਾਨੂੰ ਇੰਡੀਆ ਦੇ ਲੋਕ ਆਣ ਕੇ ਸੰਪਰਕ ਕਰਦੇ ਆ। ਅਸੀਂ ਇਹਨਾਂ ਨੂੰ, ਜੋ ਬੰਦਾ ਸਾਨੂੰ ਪਹੁੰਚ ਕਰਦਾ ਉਹਨੂੰ ਅਸੀਂ ਕੋਰੀਅਰ ਵੀ ਕਰਦੇ ਹਾਂ। ਭਾਈ ਮਲਕੀਤ ਸਿੰਘ ਜੀ, ਤੁਸੀਂ ਕਿਹਾ ਵੀ ਅਸੀਂ ਗੋਡਿਆਂ ਦੀ ਖਾਸ ਕਰਕੇ, ਪਰ ਤੁਸੀਂ ਮੇਰੇ ਨਾਲ ਜਦੋਂ ਆਪਾਂ ਇਨਫਾਰਮਲ ਜੀ ਪਹਿਲੇ ਗੱਲਬਾਤ ਕਰ ਰਹੇ ਸੀ ਇੰਟਰਵਿਊ ਤੋਂ ਪਹਿਲੇ, ਤੁਸੀਂ ਕਿਹਾ ਵੀ ਇਹ ਸ਼ਟਕਾ 'ਚ ਵੀ ਕੰਮ ਕਰਦੀ ਹੈ, ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੁਹਾਨੂੰ ਪੇਨ ਹੁੰਦਾ ਹੈ ਤਾਂ ਤੁਸੀਂ ਇਹ ਜਿਹੜੀ ਹੈਗੀ ਲਾ ਸਕਦੇ ਹੋ। ਹਾਂਜੀ ਲਾ ਸਕਦੇ ਹਾਂ। ਤੇ ਇਹਨੂੰ ਕਿੱਦਾਂ, ਮਤਲਬ ਕਿੱਥੇ ਤੁਹਾਡੇ ਕੋਲ ਕਿੱਦਾਂ ਦੇ ਮਰੀਜ਼ ਆਉਂਦੇ ਨੇ ਇਸ ਖਾਸ ਕਰਕੇ ਜਿਹੜੇ? ਸਾਡੇ ਕੋਲ ਜ਼ਿਆਦਾ ਕਰਕੇ ਸਰਵਾਈਕਲ ਦੇ ਆਉਂਦੇ ਆ, ਜਾਂ ਸਾਡੇ ਕੋਲ ਗੋਡਿਆਂ ਦੇ ਆਉਂਦੇ ਆ ਜੀ, ਜਾਂ ਲੱਕ ਦੀ ਪੇਨ ਦੇ ਆਉਂਦੇ ਆ ਜੀ, ਇਹੋ ਜਿਹੇ ਜ਼ਿਆਦਾ ਮਰੀਜ਼ ਆਉਂਦੇ ਆ ਜੀ। ਤੇ ਉਹਦੇ 'ਚ ਤੁਸੀਂ ਡੈਫੀਨਿਟਲੀ ਵਜ੍ਹਾ ਤਾਂ ਕਈ ਵਾਰੀ ਪੁੱਛਦਾ ਹੀ ਹੈ ਬੰਦਾ ਡਾਕਟਰਾਂ ਦਾ ਵੀ ਕਿਵੇਂ ਤੁਹਾਨੂੰ ਪੇਨ ਸ਼ੁਰੂ ਹੋਈ, ਬਈ ਏਜ ਕਰਕੇ ਹੋਈ, ਕੋਈ ਡਿੱਗਣ ਤੇ? ਗੋਡਿਆਂ ਦੀ ਤਾਂ ਏਜ ਕਰਕੇ ਆ ਵੀ ਗੋਡੇ ਤਾਂ ਹੁਣ ਆਮ ਹੀ ਹੋ ਗਿਆ ਜੀ, ਉਹ ਗੋਡੇ ਤਾਂ ਬਸ ਕਾਫੀ ਮਤਲਬ ਕੋਈ ਕਹਿੰਦਾ ਗਰੀਸ ਮੁੱਕ ਗਿਆ, ਇਹ ਸਾਡੀ ਦਵਾਈ ਗਰੀਸ ਵੀ ਪੂਰਾ ਕਰਦੀ, ਇਹਦਾ ਗੈਪ ਵੀ ਪੂਰਾ ਕਰਦੀ। ਇਹੀ ਸਾਡਾ ਤੇਲ ਆ, ਲਾਣੇ ਤੋਂ ਬਾਅਦ ਨਾਲ ਲੱਗਦਾ ਤੁਹਾਨੂੰ ਰਿਲੀਫ ਮਿਲਦਾ ਜੀ। ਇਹਦੇ 'ਚ ਖਾਸ ਕਰਕੇ ਮੈਂ ਇੱਥੇ ਪੜ੍ਹ ਰਹੀ ਸੀਗੀ, ਤੁਸੀਂ ਲਿਖਿਆ ਸੀ ਵੀ ਇਹਦੇ ਤੇ ਮਸਾਜ ਨਹੀਂ ਕਰਨੀ, ਹਾਂਜੀ ਮਾਲਿਸ਼ ਨਹੀਂ ਕਰਨੀ ਹੈਗੀ, ਨੋ ਰਬਿੰਗ ਕਰਨਾ ਹੈਗਾ। ਉਹਦੇ ਬਾਅਦ ਤੁਸੀਂ ਖਾਸ ਕਰਕੇ ਲਿਖਿਆ ਵੀ ਸਿਰਫ ਇਹਨੂੰ ਲੇਪ ਟੱਚ ਕਰਨਾ, ਟੱਚ ਕਰਕੇ ਬਸ ਸਿਰਫ ਲੇਪ ਕਰਨਾ, ਜਿਵੇਂ ਕੋਈ ਵੀ ਉਪਟਨ ਜਾਂ ਕੋਈ ਵੀ ਚੀਜ਼ ਦਾ ਲੇਪ ਕਰੀਦਾ। ਉਹਦੇ ਨਾਲ ਹੀ ਤੁਸੀਂ ਇਹ ਲਿਖਿਆ ਕਿ ਇਨਸਟੈਂਟ ਰਿਲੀਫ ਮਿਲਦਾ ਇਹਦੇ ਵਿੱਚ 3 ਮਿੰਟਾਂ ਦੇ ਵਿੱਚ। ਤੇ ਇਹਦੇ 'ਚ ਕੋਈ ਖਾਸ ਕੋਈ ਜੜੀ ਬੂਟੀਆਂ 'ਚ ਬਣਿਆ ਕਿਸ ਤਰੀਕੇ ਦੇ? ਇਹ ਬਹੁਤ ਹੀ ਮਤਲਬ ਖਾਸ ਜੜੀਆਂ ਬੂਟੀਆਂ ਤੋਂ ਬਣਿਆ, ਜਿਹੜੇ ਮਹਾਪੁਰਸ਼ਾਂ ਨੇ ਮੈਨੂੰ ਇਹ ਨੁਕਤੇ ਦਿੱਤੇ ਆ, ਉਹਨਾਂ ਨਾਲ ਹੁਣ ਵੀ ਮੈਂ ਅਟੈਚ ਆ। ਕੋਈ ਵੀ ਬਿਮਾਰੀ ਹੋਵੇ, ਜਿੱਦਾਂ ਹਾਰਟ ਦੀ ਹੋ ਜਾਵੇ, ਜਾਂ ਕੋਈ ਮਤਲਬ ਸਟੰਟ ਦੀ ਹੋ ਜਾਵੇ, ਜਾਂ ਹਰਨੀਆ, ਗਦੂਦ, ਤੁਸੀਂ ਮਤਲਬ ਇਹਦੇ ਮਤਲਬ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ, ਮੈਂ ਉਹ ਦਵਾਈ ਤੁਹਾਨੂੰ ਦੇ ਸਕਦਾ ਹੈਗਾ। ਜਾਂ ਤੁਹਾਨੂੰ ਡਾਇਲਸਿਸ ਵਾਲੀ ਪ੍ਰੋਬਲਮ ਆ, ਕੋਈ ਹੋਰ ਬਿਮਾਰੀ ਆ, ਕਿਤੇ ਵੀ ਤੁਹਾਨੂੰ ਕੋਈ ਡਾਕਟਰ ਆਪਰੇਸ਼ਨ ਬਾਰੇ ਦੱਸਦਾ, ਉਹ ਤੋਂ ਪਹਿਲਾਂ ਮੇਰੇ ਨਾਲ ਸੰਪਰਕ ਕਰੋ, ਫਿਰ ਤੁਸੀਂ ਡਾਕਟਰ ਕੋਲ ਉਹਦਾ ਇਲਾਜ ਕਰ ਸਕਦੇ ਆ। ਭਾਈ ਮਲਕੀਤ ਸਿੰਘ ਜੀ, ਥੋੜਾ ਪਿਛੋਕੜ ਜਾਣਨਾ ਚਾਹਾਂਗੇ ਤੁਸੀਂ, ਕਿਉਂਕਿ ਇਹ ਬਹੁਤ ਵੱਡੀ ਇੱਕ ਅੱਜ ਕੱਲ੍ਹ ਲੋਕਾਂ ਦਾ ਬੜਾ ਮਤਲਬ ਕਿ ਬੁਰਾ ਹਾਲ ਹੈ। ਇਹ ਕਿਸ ਤਰੀਕੇ ਨਾਲ ਤੁਹਾਡੇ ਦਿਮਾਗ ਵਿੱਚ ਆਇਆ ਵੀ ਮੈਂ ਇਸ ਤਰੀਕੇ ਦੀਆਂ ਜਿਹੜੇ ਨੇ ਉਪਰਾਲੇ ਕਰਾਂ, ਕੁਝ ਦਵਾਈਆਂ, ਕੁਝ ਦੇਸੀ ਦਵਾਈਆਂ, ਜੜੀ ਬੂਟੀਆਂ, ਜਿਹੜਾ ਕਿ ਸਾਡਾ ਮਤਲਬ ਕਿ ਮੇਨ ਮੁੱਖ ਜਿਹੜੇ ਤੌਰ ਤੇ ਅਸੀਂ ਆਯੁਰਵੈਦਿਕ ਤੇ ਹਮੇਸ਼ਾ, ਜੇ ਅਸੀਂ ਪੁਰਾਤਨ ਦੇਖ ਲਈਏ ਤੇ ਸਾਡੇ ਪੁਰਖੇ ਜਿਹੜੇ ਨੇ ਇਹਦੇ ਤੇ ਵਿਸ਼ਵਾਸ ਕਰਦੇ ਸੀ, ਤੁਹਾਡੇ ਕਿਵੇਂ ਇੱਧਰ ਮਤਲਬ ਕਿ ਬਣਿਆ? ਇਹਦੇ ਤੇ ਮੋੜਦਾ ਇਹ ਆਦੀ ਮਤਲਬ ਬਚਪਨ ਤੋਂ ਮਾਂ-ਬਾਪ ਦੇ ਖੂਨ ਜਿਹੜਾ ਮੇਰੇ ਨਾਲ ਅਟੈਚ ਹੈ ਜੀ, ਮੈਂ ਅੱਛੇ ਕੰਮ ਕਰਨਾ ਚਾਹੁੰਦਾ। ਕੁਛ ਮਾਂ-ਬਾਪ ਵੀ ਮੇਰੇ ਪਿਤਾ ਜੀ ਮੇਰੇ ਫੌਜ 'ਚ ਸੀਗੇ, ਤੇ ਮਾਤਾ ਜੀ ਮਤਲਬ ਹਾਊਸ ਵਾਈਫ ਜਿਹਨੂੰ ਕਹਿੰਦੇ ਆਪਾਂ ਘਰੇਲੂ ਸੀ ਜੀ। ਤੇ ਕੁਛ ਮੇਰਾ ਮਤਲਬ
ਚਿਹਰੇ ਦੇ ਹਿਸਾਬ ਨਾਲ, ਗੁਰਸਿੱਖੀ ਸਰੂਪ ਨਾਲ ਹਰ ਇੱਕ ਬੰਦੇ ਨੂੰ ਆਪਣੇ ਚਿਹਰੇ ਬਾਰੇ ਪਤਾ ਲੱਗਦਾ ਵੀ ਮੈਂ ਕਿਹੋ ਜਿਹਾ। ਤੇ ਮੈਂ ਚਾਹੁੰਦਾ ਸੀ ਕੋਈ ਇਹੋ ਜਿਹੀ ਸੇਵਾ ਕਰਾਂ ਵੀ ਜਿਹੜਾ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਦੁਨੀਆ ਦੇ ਉੱਤੇ ਉੱਚਾ ਹੋਵੇ, ਜਿਹਦੇ ਨਾਲ ਮੈਂ ਬਹੁਤ ਹੀ ਅੱਜ ਦੇ ਟਾਈਮ ਮਰੀਜ਼ ਠੀਕ ਕਰ ਚੁੱਕੇ ਹਾਂ। ਬੱਚੇ ਦੇ ਹਾਰਟ ਵਾਲੇ ਜਿਹੜੇ ਸੀਸਾਂ ਦਿੰਦੇ ਆ, ਉਹ ਤਾਂ ਮੈਨੂੰ ਹੀ ਪਤਾ ਜੀ, ਮੈਨੂੰ ਕਿਸ ਤਰ੍ਹਾਂ ਸੀਸਾਂ ਦਿੰਦੇ, ਕਿਸ ਤਰ੍ਹਾਂ ਮੈਂ ਉਹਨਾਂ ਨੂੰ ਸੈਂਡ ਕਰਦਾ ਜੀ। ਜਿਹੜਾ ਤੁਸੀਂ ਹਾਰਟ ਦੀ ਖਾਸ ਕਰਕੇ ਗੱਲ ਕੀਤੀ, ਇਹ ਕਿਸ ਤਰ੍ਹਾਂ ਦੀ ਬਿਮਾਰੀ ਜਾਂ ਕਿਸ ਤਰ੍ਹਾਂ ਦਾ ਇਦਾਂ ਦੇ ਕੇਸਿਸ ਤੁਹਾਡੇ ਕੋਲ ਔਰ ਕਿੰਨੇ ਕੁ ਆ ਚੁੱਕੇ ਅੱਜ ਤੱਕ? ਇਹ ਤਾਂ ਮੇਰਾ ਖਿਆਲ ਕਈ ਸੌਆਂ ਦੇ ਹਿਸਾਬ ਨਾਲ ਆ ਚੁੱਕੇ, ਬਾਹਰਲੀਆਂ ਸਟੇਟਾਂ 'ਚ ਵੀ ਆ ਚੁੱਕੇ ਆ। ਇਹ ਤਾਂ ਮੈਡਮ ਜੀ ਜਦੋਂ ਬੱਚਾ ਜੰਮਦਾ ਨਾ, ਉਸ ਟਾਈਮ ਹੀ ਕੋਈ ਨੂੰ ਪ੍ਰੋਬਲਮ ਆਉਂਦੀ ਆ ਤੇ ਉਹਦਾ ਟੈਸਟ ਹੋ ਜਾਂਦਾ, ਟੈਸਟ ਤੋਂ ਬਾਅਦ ਡਿਕਲੇਅਰ ਹੋ ਜਾਂਦਾ ਵੀ ਇਹਦੇ ਹਾਰਟ 'ਚ ਪ੍ਰੋਬਲਮ ਆ ਜੀ, ਛੇਦ ਹੈਗਾ। ਹਾਂ, ਜ਼ਿਆਦਾ ਕਰਕੇ 98% ਗਰੀਬ ਬੱਚਿਆਂ ਨੂੰ ਆ ਜਿਨ੍ਹਾਂ ਨੂੰ ਮੈਂ ਦਵਾਈ 1 ਮਹੀਨੇ ਦੀ ਫ੍ਰੀ ਦੇ ਦਿੰਦਾ। ਬੱਚਿਆਂ ਦੀ ਫਲਵੈਰੀ ਦੀ 1 ਮਹੀਨੇ ਦੀ ਜਾਂ ਚੰਬਲ ਦੀ 1 ਮਹੀਨੇ ਦੀ ਫ੍ਰੀ ਦਿੰਦਾ, ਜਿਹਨੂੰ ਬੰਦੇ ਨੂੰ ਪਤਾ ਲੱਗੇ ਵੀ ਅਸੀਂ ਦਵਾਈ ਜੇ ਲੈਣੀ ਕੋਈ ਪੈਸੇ ਖਰਚਣੇ ਆ ਤੇ ਉਹ ਸਾਨੂੰ ਪਤਾ ਲੱਗ ਜਾਵੇ ਦਵਾਈ ਵਾਕਈ ਓਕੇ ਆ, ਠੀਕ ਹੈ। ਇਹ ਮੈਂ ਆਪਣੀ ਇੱਕ ਸੇਵਾ ਨਿਭਾ ਰਿਹਾ ਜੀ। ਜਿੱਥੋਂ ਤੱਕ ਫੁਲਵੈਰੀ ਦੀ ਗੱਲ ਕਰੀਏ, ਫੁਲਵੈਰੀ ਤਾਂ ਸਭ ਨੂੰ ਪਤਾ ਹੀ ਹੋਣਾ ਹੈ ਕਿਉਂਕਿ ਸਕਿਨ ਜਿਹੜੀ ਹੈ ਉਹ ਉਹਦੇ ਤੇ ਪਹਿਲੇ ਛੋਟੇ ਛੋਟੇ ਵਾਈਟ ਸਪੌਟਸ ਆਣੇ, ਚਿੱਟੇ ਜਿਹੜੇ ਹੈਗੇ ਉਹ ਧੱਬੇ ਜੇ ਚਿਤਕੇ ਜੇ ਆਣੇ ਸ਼ੁਰੂ ਹੋ ਜਾਂਦੇ, ਜਿੱਦਾਂ ਸਕਿਨ ਲੱਥ ਗਈ ਹੋਵੇ ਐਵੇਂ ਦਿਖਾਈ ਦਿੰਦਾ, ਵਿੱਚ ਧੱਬੇਦਾਰ ਸਕਿਨ ਹੋ ਜਾਂਦੀ ਹੈ। ਹੌਲੀ ਹੌਲੀ ਕਰਕੇ ਕਈਆਂ ਦੇ ਸਰੀਰ ਤੇ ਪੂਰੇ ਹੀ ਜਿਹੜਾ ਚਿੱਟੀ ਜਿਹੜੀ ਹੈਗੀ ਸਕਿਨ ਨਿਕਲ ਆਉਂਦੀ ਹੈ। ਤੇ ਨਾਲੇ ਜੇ ਗੱਲ ਕਰੀਏ ਕਈਆਂ ਦੀਆਂ ਤੁਸੀਂ ਦੇਖਿਆ ਹੋਣਾ ਫੁਲਵੈਰੀ ਦੇ ਨਾਲ ਜਿਹੜੀਆਂ ਅੱਖਾਂ ਦੀਆਂ ਜਾਂ ਬਾਲਾਂ ਦਾ ਜਿਹੜਾ ਰੰਗ ਹੈ ਉਹ ਵੀ ਚੇਂਜ ਹੁੰਦਾ। ਪਰ ਇੱਕ ਹੋਰ ਤੁਸੀਂ ਗੱਲ ਕੀਤੀ, ਕਿਹੜੀ? ਇੱਕ ਫੁਲਵੈਰੀ ਦੀ ਗੱਲ ਕਰ ਰਹੇ, ਇੱਕ ਹੋਰ ਗੱਲ ਕਰ ਰਹੇ ਤੁਸੀਂ, ਕੋਈ ਚਤਕੇ ਕੀ ਕਿਸ ਦੀ ਗੱਲ ਕਰ ਰਹੇ? ਉਹ ਕੀ ਚੀਜ਼ ਹੈ? ਇੱਕ ਆਪਣੇ ਉਹ ਲੱਤ ਦੇ ਉੱਤੇ ਹੋ ਜਾਂਦਾ ਜੀ, ਕੀ ਕਹਿੰਦੇ, ਚੰਬਲ ਦਾ ਰੋਗ ਆ ਜੀ। ਚੰਬਲ, ਹਾਂਜੀ, ਉਹ ਕੀ ਚੀਜ਼ ਹੈ? ਉਹ ਚੰਬਲ ਵੀ ਮਤਲਬ ਚਮੜੀ ਖਰਾਬ ਹੋ ਜਾਂਦੀ ਹੈ, ਬਹੁਤ ਬੜਾ ਰੋਗ ਆ ਜੀ। ਕਾਲਾ ਜਿਹਾ ਪਨ ਆ ਜਾਂਦਾ ਉਹਦਾ, ਚੰਬਲ ਦਾ। ਮਤਲਬ ਕਿਸੇ ਕੋਲ ਦਵਾਈ ਹੈ ਜਾਂ ਨਹੀਂ ਹੈ, ਅਸੀਂ ਉਹਦਾ ਇਲਾਜ ਦੇ ਉੱਤੇ ਦਵਾਈ ਆਪਣੀ ਸਾਡੀ ਸੈਸਫੁਲ ਹੈ ਜੀ। ਜੀ ਜੀ। ਉਹ ਖਾਣ ਵਾਲੀ ਦਵਾਈ ਹੈ? ਨਹੀਂ, ਲਾਉਣ ਵਾਲੀ ਹੈ ਜੀ। ਜੀ ਜੀ। ਹਾਂਜੀ, ਲਾਉਣ ਤੇ। ਉਹ ਵੀ ਕੋਈ ਤੇਲ ਜਾਂ ਕਿਸੇ ਲੇਪ? ਹਾਂਜੀ ਹਾਂ, ਤੇਲ ਆ। ਹਾਂ, ਉਹ ਅਸੀਂ ਇੱਕ ਮੱਲਮ ਬਣਾਈ ਹੋਈ ਹੈ ਜੀ, ਉਹ ਲਾਣੀ ਹੈ ਜੀ ਜੀ ਜੀ। ਉਹ ਕਿੰਨੀਆਂ ਕੁ ਜੜੀ ਬੂਟੀਆਂ ਨੇ ਉਹਦੇ ਵਿੱਚ ਪਾਈਆਂ ਹੋਈਆਂ? ਉਹਦੇ ਵੀ ਕਾਫੀ ਜੜੀਆਂ ਬੂਟੀਆਂ ਪੈਂਦੀਆਂ ਜੀ ਜੀ ਜੀ। ਜੜੀਆਂ ਬੂਟੀਆਂ ਦਵਾਈਆਂ। ਜੀ ਜੀ ਜੀ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਆ ਵੀ ਇੱਕ ਇਹਨਾਂ ਨੇ ਰੱਖੀ ਹੋਈ ਹੈ, ਖਾਸ ਕਰਕੇ ਮੈਂ ਜਿਹੜਾ ਪੜ੍ਹ ਸਕ ਰਹੀ ਹਾਂ, ਸ਼ੂਗਰ ਨਾਸ਼ਕ ਪਾਊਡਰ ਹੈਗਾ, ਮਧੁਰੀਨਾ ਕਰਕੇ ਨਾਮ ਰੱਖਿਆ। ਆ ਦੇਖੋ ਜੀ, ਇਹਨਾਂ ਨੇ ਦੱਸਿਆ, ਆਪ ਦੱਸਣਗੇ ਇਹਦੇ ਬਾਰੇ। ਇਹ ਖਾਸ ਕਰਕੇ ਸ਼ੂਗਰ ਦੀ ਦਵਾਈ ਆ। ਕੋਈ ਇਨਸੂਲਿਨ ਦਾ ਟੀਕਾ ਲੈਂਦਾ ਹੋਵੇ ਜਾਂ ਸ਼ੂਗਰ ਹੋਵੇ 5 ਸਾਲ ਤੋਂ 10 ਸਾਲ ਤੋਂ 25 ਸਾਲ ਤੋਂ, ਇਹ ਤੁਸੀਂ 6 ਮਹੀਨੇ 8-9 ਮਹੀਨੇ ਖਾ ਸਕਦੇ। 6-8-9 ਮਹੀਨੇ ਦਾ ਮਤਲਬ ਇਹ ਆ ਕਿਸੇ ਨੂੰ 5 ਸਾਲ ਤੋਂ, ਕਿਸੇ ਨੂੰ 10 ਸਾਲ ਤੋਂ, ਕਿਸੇ 25 ਸਾਲ ਤੋਂ। ਇਹ ਦਵਾਈ ਤੁਸੀਂ ਸਿਰਫ ਖਾਣੇ ਖਾਣ ਤੋਂ ਅੱਧਾ ਘੰਟਾ ਪਹਿਲਾਂ ਅੱਧਾ ਚਮਚਾ ਲੈਣੀ ਆ। ਇਹ ਦਵਾਈ ਨਾਲ ਤੁਹਾਡੀ ਅੰਗਰੇਜ਼ੀ ਦਵਾਈ 1 ਮਹੀਨੇ ਦੇ ਵਿੱਚ ਤੁਹਾਨੂੰ ਛੱਡਣੀ ਪਏਗੀ। ਛੱਡਣ ਤੋਂ ਬਾਅਦ ਤੁਸੀਂ ਅੰਗਰੇਜ਼ੀ ਦਵਾਈ ਛੱਡਤੀ, ਇਸ ਨੂੰ ਤੁਸੀਂ ਚੂਜ਼ ਕਰੋ ਔਰ ਪਰਹੇਜ਼ ਰੱਖੋ। ਪਰਹੇਜ਼ ਇਹਦੇ ਵਿੱਚ ਇੱਕ ਪਰਚੀ ਪਾਈ ਆ, ਉਸ ਹਿਸਾਬ ਨਾਲ ਚੱਲੋ ਤੁਸੀਂ। ਇਹ ਸਾਡੀ ਸ਼ੂਗਰ ਦੀ ਦਵਾਈ ਆ। ਆਉਣ ਵਾਲੇ ਸਮੇਂ 'ਚ ਮੇਰੇ ਹਿਸਾਬ ਨਾਲ ਹੁਣ ਵੀ ਜੇ ਤੁਸੀਂ ਮੈਨੂੰ 15 ਦਿਨ ਦੀ ਮੈਂ ਫ੍ਰੀ ਭੇਜਾਂਗਾ, ਤੁਸੀਂ ਕੋਰੀਅਰ ਦੇ ਤੁਸੀਂ ਮੈਨੂੰ ਪੈਸੇ ਭੇਜ ਦਿਓ ਕਿ ਉਹਨੂੰ ਪਤਾ ਲੱਗੇ ਵੀ ਦਵਾਈ ਮੰਗਾਈ ਆ, ਮੈਂ ਖਾਣੀ ਆ। ਜੇ ਅਸੀਂ ਫ੍ਰੀ ਦੇਵਾਂਗੇ, ਦਿਲ ਤਾਂ ਕਰਦਾ ਫ੍ਰੀ ਦਈਏ, ਪਰ ਫ੍ਰੀ ਦੇਣ ਨਾਲ ਉਹ ਦਵਾਈਆਂ ਅਸੀਂ ਜਦ ਪੁੱਛਦੇ ਅਗਲੇ ਵਾਰ ਤੁਸੀਂ ਖਾਧੀ ਸੀ ਤਾਂ ਉਹ ਫ੍ਰਿਜ ਤੇ ਜਾਂ ਕਿਤੇ ਪਈ ਹੁੰਦੀ, ਅਸੀਂ ਸ਼ੁਰੂ ਨਹੀਂ ਕੀਤੀ ਜੀ। ਜੀ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਵੀ ਸ਼ੂਗਰ ਦੀ ਇਹ ਦਵਾਈ ਹੈਗੀ ਹੈ, ਸ਼ੂਗਰ ਇੱਕ ਤਾਂ ਸ਼ੂਗਰ ਹੁੰਦੀ ਹੈ ਜਿਹੜੇ ਲੋ ਲੈਵਲ ਦੀ ਸ਼ੂਗਰ ਹੁੰਦੀ ਹੈ ਲੋਕਾਂ ਨੂੰ ਸ਼ੁਰੂਆਤੀ ਦੌਰ ਤੇ। ਇੱਕ ਡਾਇਬੀਟਿਕ ਹੋ ਜਾਂਦੇ ਨੇ ਜਿਹੜੇ ਪੂਰੇ ਤਰੀਕੇ ਨਾਲ, ਜਿੱਦਾਂ ਤੁਸੀਂ ਹੁਣੀ ਗੱਲ ਕੀਤੀ ਵੀ ਇਨਸੂਲਿਨ ਤੱਕ ਬਾਅਦ ਚ ਪਹੁੰਚ ਜਾਂਦੇ ਨੇ। ਦਵਾਈ ਜਿਹੜੀ ਹੈ ਪਹਿਲੇ ਥੋੜੀ ਹੁੰਦੀ ਹੈ, ਫਿਰ ਵਧਾ ਦਿੱਤੀ ਜਾਂਦੀ ਕੁਆਂਟੀਟੀ, ਫਿਰ ਟੀਕੇ ਲਾਣੇ ਪੈ ਜਾਂਦੇ ਇਨਸੂਲਿਨ ਦੇ। ਤੇ ਉਹ ਸਾਰਿਆਂ ਦੇ ਵਿੱਚ ਜਦੋਂ ਸ਼ੂਗਰ ਦਾ ਮਤਲਬ ਡਿਕਲੇਅਰ ਹੁੰਦੀ ਹੈ ਨਾ ਸ਼ੂਗਰ ਦੀ ਦਵਾਈ, ਤੇ ਉੱਥੇ ਜਾ ਕੇ ਅਸੀਂ ਡਾਕਟਰ ਇਹ ਕਹਿੰਦਾ ਜੀ ਤੁਸੀਂ ਆ ਗੋਲੀ ਖਾ ਲਓ, ਬਸ ਠੀਕ ਆ। ਅਸੀਂ ਗੋਲੀ ਤੋਂ ਬਾਅਦ ਇਹ ਸੋਚਦੇ ਹਾਂ ਵੀ ਬਸ ਹੁਣ ਗੋਲੀ ਅਸੀਂ ਖਾ ਰਹੇ ਹਾਂ ਤਾਂ ਬਿਲਕੁਲ ਠੀਕ ਆ। ਪਰਹੇਜ਼ ਵੀ ਤੁਸੀਂ ਰੱਖ ਰਹੇ ਗੋਲੀ ਤਾਂ 1 ਟਾਈਮ ਕੰਮ ਕਰਦੀ, ਲੌਂਗ ਟਾਈਮ ਰਿਐਕਸ਼ਨ। ਉਹ 500 ਦੀ ਖਾਣੀ ਪੈਂਦੀ ਦੁਬਾਰਾ, ਫਿਰ 1000 ਤੱਕ ਹੋ ਜਾਂਦੀ, ਫਿਰ ਤੁਹਾਡੇ ਇਨਸੂਲਿਨ ਟੀਕੇ ਲੱਗ ਪੈਂਦੇ, ਫਿਰ ਤੁਹਾਡੇ ਕਿਡਨੀ ਦਾ, ਅੱਖਾਂ ਦਾ, ਪੂਰਾ ਸਾਰਾ ਸਿਸਟਮ ਖਰਾਬ ਹੋ ਜਾਂਦਾ। ਮੇਰੀ ਹੱਥ ਜੋੜ ਕੇ ਬੇਨਤੀ ਆ, ਇਹ ਦਵਾਈ ਨੂੰ ਤੁਸੀਂ ਸਾਡੀ ਨੂੰ ਯੂਜ਼ ਕਰੋ। ਤੁਸੀਂ ਅੱਖਾਂ ਤੋਂ, ਕਿਡਨੀ ਤੋਂ ਰਾਹਤ ਪਾਓਗੇ, ਉਹ ਤੁਹਾਡੀ ਸ਼ੂਗਰ ਸੈੱਟ ਰਹੇਗੀ। ਮੁੜ ਕੇ ਸ਼ੂਗਰ ਨਹੀਂ, ਤੁਹਾਨੂੰ ਸ਼ੂਗਰ ਕੰਟਰੋਲ ਕਰੇਗੀ। ਜਦ ਕਿ ਕੋਈ ਲੋਕ ਕਹਿੰਦੇ ਮੇਰੀ ਸ਼ੂਗਰ ਖਤਮ ਹੋ ਜੂਗੀ ਜੀ ਇਸ ਦਵਾਈ ਨਾਲ, ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਸ਼ੂਗਰ ਰਹਿਣਾ ਬਹੁਤ ਜ਼ਰੂਰੀ ਆ, ਠੀਕ ਨਹੀਂ। ਇਸ ਕਰਕੇ ਮੇਰੀ ਬੇਨਤੀ ਹੈ, ਦਵਾਈ ਨੂੰ ਮੇਰੇ ਨਾਲ ਸੰਪਰਕ 'ਚ ਰਹੋ। ਇਹ ਦਵਾਈ ਤੁਸੀਂ ਸ਼ੂਗਰ ਦੀ ਸਾਡੇ ਲਓ, ਇਹ ਪਾਸ ਹੈ, ਫਾਰਮੇਸੀ ਤੋਂ ਪਾਸ ਕਰਾਈ ਹੋਈ ਆ, ਇਹ ਮੇਰੀ ਦਵਾਈ ਆ, ਤੁਸੀਂ ਇਹਨੂੰ ਯੂਜ਼ ਕਰੋ ਜੀ। ਫਾਰਮੇਸੀ ਦੀ ਤੁਸੀਂ ਗੱਲ ਕੀਤੀ ਤੇ ਡੈਫੀਨਿਟਲੀ ਤੁਹਾਡੀ ਰਜਿਸਟਰਡ ਫਾਰਮੇਸੀ ਹੈਗੀ ਹੈ ਤੇ ਪਾਸ ਕਰਾਈ ਹੋਈ ਹੈ। ਤੇ ਉਸ ਦੇ ਨਾਲ ਹੀ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਇੱਕ ਹੋਰ ਜਿਹੜੀ ਮੈਂ ਪੁੱਛਣਾ ਚਾਹੁੰਦੀ ਸੀ ਤੁਹਾਨੂੰ, ਇਹਦੇ 'ਚ ਤੁਸੀਂ ਡਾਇਲਿਸਿਸ ਦੀ ਵੀ ਗੱਲ ਕੀਤੀ, ਕਿਡਨੀ ਦੀ ਖਾਸ ਕਰਕੇ ਤੁਸੀਂ ਜਿਹੜਾ ਇਹ ਗੱਲ ਕਰ ਰਹੇ ਹੋ। ਕਿਡਨੀ ਦਾ ਰੋਗ ਜਿਹੜਾ ਹੈ ਲੋਕਾਂ ਨੂੰ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ, ਖਾਸ ਕਰਕੇ ਕਰੋਨਾ ਤੋਂ ਬਾਅਦ ਤਾਂ ਕਾਫੀ ਸਾਰੀਆਂ ਕਿਡਨੀ ਤੇ ਲੰਗਸ ਤੇ ਲੋਕਾਂ ਨੂੰ ਫੇਫੜਿਆਂ ਦੀ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ। ਔਰ ਬਹੁਤੇ ਮਰੀਜ਼ ਜਿਹੜੇ ਨੇ ਉਹ ਕਿਡਨੀ ਦੀ ਡਾਇਲਿਸਿਸ ਨੂੰ ਲੈ ਕੇ ਹਸਪਤਾਲਾਂ 'ਚ ਵੱਖ-ਵੱਖ ਜਗ੍ਹਾ ਤੇ ਜਿਹੜੇ ਉਹਨਾਂ ਨੂੰ ਜਾਣਾ ਪੈਂਦਾ, ਔਖਾ ਹੈ, ਬਹੁਤ ਮਹਿੰਗਾ ਇਲਾਜ ਹੈ।
ਦੇਖੋ ਕਿਡਨੀ ਦੇ ਹੁਣ ਮੇਰੀ ਇਟਲੀ ਦਵਾਈ ਜਾ ਰਹੀ ਹੈ ਇੱਕ, ਕਿਡਨੀ ਦੇ ਜਿਹੜੇ ਪੇਸ਼ੈਂਟ ਹੈ ਉਹ ਮੇਰੇ ਨਾਲ ਸੰਪਰਕ ਕਰਨ। ਸਿਰਫ 2 ਮਹੀਨੇ ਤੁਸੀਂ ਸਾਡੀ ਦਵਾਈ ਖਾਣੀ ਆ, ਬੜੀ ਹੱਦ 3 ਮਹੀਨੇ ਖਾ ਲਓ, ਤੁਸੀਂ ਕਿਡਨੀ ਤੋਂ ਰਾਹਤ ਪਾਓਗੇ। ਤੁਹਾਡੀ ਕਿਡਨੀ ਜੇ ਹਫ਼ਤੇ 'ਚ 3 ਵਾਰੀ ਹੁੰਦੀ ਆ, ਤੁਸੀਂ 2 ਤੇ ਆ ਜਾਓਗੇ, ਫਿਰ 1 ਤੇ ਆ ਜਾਓਗੇ। ਇਹਦੇ ਵਿੱਚ ਵੀ ਮੇਰੇ ਕੋਲ ਦਵਾਈ ਤਿਆਰ ਆ, ਬਹੁਤ ਹੀ ਰਾਹਤਵਾਦ ਹੈ। ਦੂਸਰੀ ਮੇਰੇ ਕੋਲ ਦਵਾਈ ਇਹ ਆ ਵੀ ਜਿੱਦਾਂ ਕੈਂਸਰ ਹੈ, ਕੈਂਸਰ ਆ ਪਹਿਲਾ, ਦੂਜਾ, ਤੀਜਾ, ਸਾਡਾ ਤਾਂ ਕੋਈ ਲਾਸਟ ਕੈਂਸਰ ਹੋਵੇ ਉਹਨੂੰ ਵੀ ਤੁਸੀਂ ਲੈ ਕੇ ਆਓ, ਅਸੀਂ ਦਵਾਈ ਦੇਵਾਂਗੇ। ਤੁਸੀਂ ਭਰੋਸਾ ਰੱਖੋ ਮਹਾਰਾਜ ਦੇ ਉੱਤੇ, ਸਾਡੇ ਤੇ ਭਰੋਸਾ ਰੱਖੋ। ਇਹੋ ਜਿਹੀਆਂ ਦਵਾਈਆਂ ਅਸੀਂ ਤਿਆਰ ਕੀਤੀਆਂ ਜੀ। ਇਹ ਤਾਂ ਕਾਫੀ ਜ਼ਿਆਦਾ ਵੱਡੀ ਗੱਲ ਤੇ ਰਾਹਤ ਦੀ ਗੱਲ ਕਰ ਰਹੇ ਹੋ, ਕਿਉਂਕਿ ਜੇ ਅਸੀਂ ਖਾਸ ਕਰਕੇ ਪੰਜਾਬ ਦੀ ਵੀ ਗੱਲ ਕਰ ਲਈਏ ਜਾਂ ਪੂਰੇ ਦੇਸ਼ ਦੀ ਵੀ ਗੱਲ ਕਰ ਲਈਏ, ਬਾਹਰਲੇ ਦੇਸ਼ਾਂ ਦੀ ਵੀ ਗੱਲ ਕਰ ਲਈਏ, ਤਾਂ ਕੈਂਸਰ ਦੀ ਤਾਂ ਬਹੁਤ ਵੱਡੀ, ਪੰਜਾਬ ਤਾਂ ਖਾਸ ਕਰਕੇ ਮਾਲਵੇ ਦੇ ਵਿੱਚ ਬਹੁਤ ਪ੍ਰੋਬਲਮ ਹੈਗੀ ਹੈ ਕੈਂਸਰ ਦੀ। ਔਰ ਇੱਕ ਵਾਰੀ ਤਾਂ ਕੈਂਸਰ ਟ੍ਰੇਨ ਵੀ ਚੱਲ ਪਈ ਸੀਗੀ, ਤੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੋਏਗੀ ਜੇ ਤੁਹਾਡੇ ਤੋਂ ਕੈਂਸਰ ਤੋਂ ਕਿੱਦਾਂ ਦੇ ਕੈਂਸਰ ਜਿਹੜੇ ਨੇ ਉਹਦੇ ਤੇ ਦਵਾਈ ਤੁਸੀਂ ਦੇ ਰਹੇ, ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਹੁੰਦੇ ਨੇ। ਕੋਈ ਢਿੱਡ ਦਾ ਕੋਈ ਨਹੀਂ, ਕੈਂਸਰ ਦੇ ਤਾਂ ਇਸ ਤਰ੍ਹਾਂ ਜੀ ਜਿੱਦਾਂ ਦਾ ਹੋਵੇ, ਜਿੱਦਾਂ ਦੀ ਰਿਪੋਰਟ ਹੋਏਗੀ, ਕੋਈ ਦਿੱਕਤ ਨਹੀਂ ਹੈਗੀ। ਦੂਸਰੀ ਗੱਲ ਇਹ ਆ ਵੀ ਮੇਰੇ ਕੋਲ ਕੋਈ ਵੀ ਜਿਹੜੀਆਂ ਅਸੀਂ ਦਵਾਈਆਂ ਤਿਆਰੀਆਂ ਹਰਨੀਆਂ ਦੇ ਉੱਤੇ ਆ, ਗਦੂਦਾਂ ਦੇ ਉੱਤੇ ਆ, ਪਿੱਤੇ 'ਚ ਪੱਥਰੀ ਹੋਵੇ ਜਾਂ ਤੁਹਾਡੇ ਬੱਚੇ ਦਾ ਚਰਸੋਲੀ ਹੋਵੇ, ਉਹਦੀਆਂ ਰਿਪੋਰਟਾਂ ਦੇਖ ਕੇ ਸਾਰਾ ਸਿਸਟਮ ਬਣਦਾ ਹੈ। ਜੀ ਬਿਲਕੁਲ। ਹਾਂਜੀ ਜੀ। ਇੱਕ ਹੋਰ ਸ਼ੀਸ਼ੀ ਰੱਖੀ ਹੋਈ ਹੈ ਤੁਸੀਂ ਭਾਈ ਮਲਕੀਤ ਸਿੰਘ ਜੀ, ਇਹ ਪੀਲਾ ਕੋਈ ਲਿਕੁਇਡ, ਕੋਈ ਤੇਲ ਲੱਗਦਾ ਮੈਨੂੰ, ਕੀ ਚੀਜ਼ ਹੈ? ਇਹ ਧੁੰਨੀ 'ਚ ਪਾਉਣ ਵਾਸਤੇ ਆ ਜੀ। ਧੁੰਨੀ 'ਚ ਤੁਸੀਂ ਮਤਲਬ ਤੇਲ ਪਾਓ ਰਾਤ ਨੂੰ, ਔਰ 2 ਟਾਈਮ ਪਾ ਲਓ, ਸਵੇਰੇ ਵੀ ਪਾਓ, ਰਾਤ ਨੂੰ ਪਾਓ। ਇਹਦੇ ਨਾਲ ਸ਼ੂਗਰ ਬਹੁਤ ਸਿਸਟਮ ਠੀਕ ਹੁੰਦਾ ਸ਼ੂਗਰ ਦਾ, ਹੋਰ ਵੀ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਜੀ ਇਸ ਦਵਾਈ ਨਾਲ। ਜੀ। ਔਰ ਇੱਕ ਤੁਸੀਂ ਇਹ ਵੀ ਰੱਖੀ ਹੋਈ ਹੈ ਮੇਰੇ ਖਿਆਲ ਹੈ ਅੱਖਾਂ ਦੇ ਨਾਲ ਰਿਲੇਟਡ ਕੋਈ ਹੈਗੀ ਹੈ ਦਵਾਈ ਹੈ? ਅੱਖਾਂ ਦੀ ਤੁਹਾਨੂੰ ਦੱਸਦੇ ਹਾਂ ਅਸੀਂ। ਇਹ ਦਵਾਈ ਜਿਹੜੀ ਹੈ ਵੀ ਅੱਜ ਕੱਲ ਚਿੱਟਾ ਮੋਤੀਆ, ਕਾਲਾ ਮੋਤੀਆ, ਜਦੋਂ ਤੁਸੀਂ ਹਸਪੀਟਲ ਜਾਂਦੇ ਹੋ ਕਹਿੰਦੇ ਤੁਸੀਂ ਆਪਰੇਸ਼ਨ ਕਰਾ ਲਓ ਤੇ ਆਪਣਾ ਉਹਦਾ ਆਪਰੇਸ਼ਨ ਕਰਾ ਲਓ ਤੇ ਲੈਂਸ ਪਾਉਣਾ ਤੁਹਾਡਾ, ਫਿਰ ਯੂਜ਼ ਕਰੋ ਲੈਂਸ ਕਿਹੜਾ ਪਾਉਣਾ, ਕਿੰਨੇ ਦਾ ਪਾਉਣਾ। ਤੁਹਾਨੂੰ ਲੈਂਸ ਪਾਉਣ ਦੀ ਲੋੜ ਨਹੀਂ। ਚਿੱਟਾ ਕਾਲਾ ਮੋਤੀਆ 30 ਦਿਨਾਂ ਦੇ ਵਿੱਚ ਤੁਹਾਡਾ ਠੀਕ ਹੋਏਗਾ। ਇਹ ਦਵਾਈ ਆਮ ਬੰਦਾ ਵੀ ਵਰਤ ਸਕਦਾ ਜਿਹਦੀ ਨਿਗਾਹ ਘੱਟ ਵੱਧ ਹੈ। ਇਸ ਦਵਾਈ ਨੂੰ 12 ਸਾਲ ਤੋਂ ਉੱਪਰ ਬੱਚੇ ਨੇ ਵਰਤਣੀ ਆ, ਥੱਲੇ ਨਹੀਂ ਵਰਤਣੀ। ਜੇ ਕਿਸੇ ਦੇ 10 ਨੰਬਰ ਐਨਕ ਵੀ ਲੱਗੀ ਹੋਈ ਉਹ ਵੀ ਉਤਰ ਜਾਏਗੀ। ਇਹ ਦਵਾਈ ਇੰਨੀ ਵਧੀਆ ਹੈ ਜੀ, ਇਸੇ ਕਰਕੇ ਬਣਾਈ ਲੋਕੀ ਆਪਰੇਸ਼ਨਾਂ ਤੋਂ ਬਚਣ। ਇਸ ਦਵਾਈ ਨੂੰ ਪਾਰ ਹੈ ਜੋ ਬਹੁਤ ਹੀ ਰਾਹਤ ਮਹਿਸੂਸ ਕਰਦੇ, ਬਹੁਤ ਅੱਛਾ ਮਹਿਸੂਸ ਕਰਦੇ। ਆਮ ਅੱਖਾਂ ਦੇ ਜਿਹਨਾਂ ਮਤਲਬ ਨਿਗਾਹ ਘੱਟ ਵੱਧ ਉਹ ਵੀ ਪਾ ਸਕਦਾ, ਜਿਹੜਾ ਬੰਦੇ ਨੇ ਲੈਂਸ ਪਾਇਆ ਜਾਂ ਆਪਰੇਸ਼ਨ ਕਰਾ ਉਹ ਵੀ ਇਹਨੂੰ ਵਰਤ ਸਕਦਾ ਜੀ। ਜਿਹੜੇ ਤੁਹਾਡੇ ਆਫਿਸਿਸ ਨੇ ਇਹੀ ਮੋਹਾਲੀ ਦੇ ਵਿੱਚ, ਅਸੀਂ ਇਸ ਟਾਈਮ ਤਾਂ 79 ਚ ਬੈਠੇ ਹਾਂ ਤੇ ਇੱਥੇ ਇਹ 79 ਸੈਕਟਰ ਆ, 에ਅਰਪੋਰਟ ਰੋਡ ਹੈ, 9 ਨੰਬਰ ਸ਼ੋਰੂਮ ਬੇਸਮੈਂਟ 'ਚ ਹੈ ਜੀ। ਇੱਥੇ ਸਾਡਾ ਦਵਾਖਾਨਾ ਹੈਗਾ, ਮਾਨ ਆਯੁਰਵੈਦਿਕ ਦਵਾਖਾਨਾ ਜੀ। ਇੱਥੇ ਦੀ ਸਾਡੀ ਰਜਿਸਟ੍ਰੇਸ਼ਨ ਆ ਜੀ। ਮਾਨ ਸਾਹਿਬ, ਗੱਲਾਂ ਬਹੁਤ ਸਾਰੀਆਂ ਨੇ ਕਿਉਂਕਿ ਲੋਕਾਂ ਨੂੰ ਤਕਲੀਫਾਂ ਬਹੁਤ ਸਾਰੀਆਂ ਨੇ, ਉਸੇ ਕਰਕੇ ਹੋਰ ਨਵੇਂ ਕਿਹੜੀਆਂ ਤੁਸੀਂ, ਕਿਉਂਕਿ ਇਹ 3 5 6 7 8 ਤਾਂ ਤੁਸੀਂ ਪ੍ਰੋਮੀਨੈਂਟਲੀ ਬਿਮਾਰੀਆਂ ਦੱਸ ਰਹੇ ਹੋ। ਜਿਵੇਂ ਮੈਂ ਜਦੋਂ ਆਈ ਹਾਂ ਤੁਸੀਂ ਗਦੂਦ ਦੀ ਗੱਲ ਕੀਤੀ ਹੈ, ਜਿਹੜਾ ਮੇਲਸ ਦੇ ਵਿੱਚ ਪ੍ਰੋਸਟੇਟ ਦੀ ਬੜੀ ਪ੍ਰੋਬਲਮ ਹੁੰਦੀ ਹੈ, ਤੁਸੀਂ ਅੱਖਾਂ ਦੀ ਗੱਲ ਕੀਤੀ ਹੈ, ਤੁਸੀਂ ਕਿਡਨੀ ਦੀ ਗੱਲ ਕੀਤੀ ਹੈ, ਸ਼ੂਗਰ ਦੀ ਗੱਲ ਕੀਤੀ ਹੈ ਤੁਸੀਂ, ਤੇ ਖਾਸ ਕਰਕੇ ਜਿਹੜਾ ਲੋਕਾਂ ਨੂੰ ਗੋਡਿਆਂ ਦੀ ਔਰ ਲੌਕ, ਜਿੱਦਾਂ ਖਾਸ ਕਰਕੇ ਮਸਲ ਲੌਕ ਹੋ ਰਹੇ ਨੇ ਜਾਂ ਜੁਆਇੰਟ ਲੌਕ ਹੋ ਰਹੇ ਨੇ, ਉਹਦੀ ਗੱਲ ਕੀਤੀ ਹੈ ਤੁਸੀਂ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੱਲ ਮੈਨੂੰ ਫੋਨ ਆਇਆ ਯੂਪੀ ਤੋਂ, ਮੇਰਾ ਖਿਆਲ ਉਹਦਾ ਪਿੱਛੇਲਾ ਨੰਬਰ ਮੈਨੂੰ ਪਤਾ 90 ਨੰਬਰ ਹੈ, ਤੇ ਉਹਨਾਂ ਦੀ ਮਿਸਿਜ ਦੇ ਕੰਨ ਚੋਂ ਪੀਕ ਨਿਕਲਦੀ ਸੀ, ਦੋਨਾਂ ਕੰਨਾਂ ਚੋਂ। ਉਹ ਪਤਾ ਨਹੀਂ ਕਦੋਂ ਦੀ 5-7 ਸਾਲ ਤੋਂ ਉਹ ਬਹੁਤ ਪਰੇਸ਼ਾਨ ਸੀ। ਆਪਾਂ ਨੂੰ ਪਹਿਲਾਂ ਇੱਕ ਦਵਾਈ ਦਿੱਤੀ, ਫਿਰ ਦੂਜੀ ਦਿੱਤੀ, ਉਹ ਠੀਕ ਹੋ ਗਏ। ਤੇ ਉਹਨਾਂ ਨੇ ਮੈਨੂੰ ਫੋਨ ਕੀਤਾ, ਜੀ ਅਸੀਂ ਯੂਪੀ ਤੋਂ ਬੋਲ ਰਹੇ ਹਾਂ ਸਰਦਾਰ ਜੀ। ਮੈਂ ਕਿਹਾ ਕੌਣ ਜੀ? ਕਹਿੰਦੇ ਤੁਸੀਂ ਉਹ ਦਵਾਈ ਦਿੱਤੀ, ਸਾਡੀ ਮਿਸਿਜ ਠੀਕ ਹੋ ਗਈ ਸੀ। ਤੇ ਮੈਂ ਕਿਹਾ ਫਿਰ ਤੁਹਾਨੂੰ ਮੈਂ ਕਿਹਾ ਸੀ ਤੁਸੀਂ ਵੀਡੀਓ ਬਣਾ ਕੇ ਪਾਇਓ ਵੀ ਤੁਸੀਂ ਸਾਰਾ ਪਤਾ ਲੱਗੇ, ਲੋਕਾਂ ਦੀ ਹੈਲਪ ਹੋਊਗੀ। ਹੈਲਪ ਵਾਸਤੇ ਆ, ਮੇਰੇ ਕੋਲ ਆਣਗੇ ਮੈਂ ਉਹਨਾਂ ਨੂੰ ਦਵਾਈ ਹੋਰ ਦੇਵਾਂਗਾ, ਪਰ ਉਹਨਾਂ ਨੂੰ ਦਵਾਈ ਹੋਰ ਚਾਹੀਦੀ ਤਾਂ ਮੇਰੇ ਨਾਲ ਸੰਪਰਕ ਕੀਤਾ। ਲੋਕ ਠੀਕ ਹੋਣ ਤੋਂ ਬਾਅਦ ਵੀ, ਬੱਚਿਆਂ ਵਾਲੇ ਵੀ ਹਾਰਟ ਵਾਲੇ, ਉਹਨਾਂ ਨੂੰ ਇਹ ਨਹੀਂ ਪਤਾ ਵੀਡੀਓ ਕਿੱਦਾਂ ਬਣਾ ਕੇ ਬੱਚਿਆਂ ਦੇ ਹਾਰਟ ਵਾਲੇ ਠੀਕ ਹੁੰਦੇ। ਇਹ ਪਤਾ ਨਹੀਂ ਕਿਉਂ ਘੋਲ ਕਰਦੇ ਜਾਂ ਕੋਈ, ਮੈਨੂੰ ਇਹਦੇ ਬਾਰੇ ਸਮਝ ਨਹੀਂ ਲੱਗੀ। ਵੀ ਅਸੀਂ ਤਾਂ ਸੇਵਾ ਕਰਦੇ ਹਾਂ, ਜਿੰਨੇ ਕੁ ਸਾਡੇ ਕੋਲ ਬੰਦੇ ਆ ਅਸੀਂ ਸੇਵਾ ਦੇ ਤੌਰ ਤੇ ਕਿਸੇ ਗਰੀਬ ਬੰਦੇ ਨੂੰ ਦਵਾਈ ਫ੍ਰੀ ਵੀ ਦੇ ਦਿੰਦੇ ਆ, ਪਰ ਉਹ ਗਰੀਬ ਹੋਵੇ। ਜੀ। ਜਿੱਦੋਂ ਤੱਕ ਸੇਵਾ ਦੀ ਤੁਸੀਂ ਗੱਲ ਕੀਤੀ, ਕੀ ਤੁਸੀਂ ਕੋਈ ਕੈਂਪਸ ਵੀ ਲਾਉਂਦੇ ਹੋ ਜਗ੍ਹਾ ਤੇ ਜਾ ਕੇ? ਕੋਈ ਪਿਛਲੇ ਦਿਨਾਂ 'ਚ ਕੁਝ ਲਾਇਆ? ਕਿੰਨੇ ਸਾਲਾਂ ਤੋਂ ਕਰ ਰਹੇ ਹੋ ਕੈਂਪ? ਦਾ ਹੁਣ ਦੱਸਦਾ, ਮੈਨੂੰ 5 ਸਾਲ ਹੋ ਗਏ। ਹੁਣ ਮੈਂ ਮਤਲਬ ਥੋੜਾ 2 ਸਾਲ ਤੋਂ ਜ਼ਿਆਦਾ ਇਹਦੇ 'ਚ ਦਿਲਚਸਪੀ ਲਈ, ਐਕਟਿਵ ਹੋਈ ਆ। ਮੈਂ ਅੰਮ੍ਰਿਤਸਰ ਗੁਰਦੁਆਰੇ ਕੈਂਪ ਲਾਇਆ, ਉੱਥੇ 25-30 ਬੰਦੇ ਗੋਡਿਆਂ ਦੇ ਸਾਰੇ ਠੀਕ ਕੀਤੇ। ਫਿਰ ਇੱਥੇ ਸਾਡੇ ਨਾ 79 ਦੇ ਨਾਲ ਇੱਕ ਸ਼ਹੀਦਾਂ ਦਾ ਗੁਰਦੁਆਰਾ ਜੀ, ਬਹੁਤ ਮਸ਼ਹੂਰ ਆ, ਹਨੂਮਾਨ ਬਾਬਾ ਜੀ ਦਾ, ਮਹਾਰਾਜ ਕਿਰਪਾ ਉਹਨਾਂ ਦਾ ਵੀ, ਮਹਾਰਾਜ ਦੇ ਮਤਲਬ ਕਿਰਪਾ ਸਾਡੇ ਤੇ। ਉੱਥੇ ਵੀ ਮੈਂ ਇੱਕ ਕੈਂਪ ਲਾਇਆ ਜੀ, ਉੱਥੇ ਵੀ ਬੰਦੇ ਬਹੁਤ ਠੀਕ ਹੈ। ਹੁਣ ਮੇਰਾ ਜਿਹੜਾ ਆਉਣ ਵਾਲਾ ਸਮਾਂ ਹੈ ਜੀ, ਮੈਂ ਹਜ਼ੂਰ ਸਾਹਿਬ ਇੱਕ ਬਹੁਤ ਵੱਡਾ ਕੈਂਪ ਲਾ ਰਿਹਾ।
ਉਸ ਤੋਂ ਬਾਅਦ ਇੱਕ ਸਾਡੇ ਕਿਸਾਨਾਂ ਦੇ ਉੱਤੇ ਬਹੁਤ ਹੀ ਰਾਣਾ ਜੀ ਆ, ਰਾਣਾ ਹੱਟ ਵਾਲੇ, ਜਿਹੜੇ ਮੇਰੇ ਮਤਲਬ ਨਿਗਾਹ ਦੇ ਵਿੱਚ ਹੈ, ਜਾਂ ਮੈਂ ਸੋਚਦਾ ਨਾ ਹਰ ਵੇਲੇ ਵੀ ਮੈਂ ਉੱਥੇ ਜਾ ਕੇ ਉਹਨਾਂ ਨੂੰ ਪੁੱਛ ਕੇ ਥੋੜੀ ਜਿਹੀ ਮੈਨੂੰ ਜਗ੍ਹਾ ਮਿਲ ਜਾਵੇ, ਮਤਲਬ 10 ਬਾਈ 10 ਦਾ ਅਸੀਂ ਇੱਕ ਬਾਕਸ ਜਿਹਾ ਬਣਾ ਕੇ ਵਧੀਆ ਬਣਾ ਕੇ ਉੱਥੇ ਟ੍ਰੀਟਮੈਂਟ ਦੇਣਾ ਚਾਹੁੰਦੇ ਲੋਕਾਂ ਨੂੰ, ਜਿਹੜਾ ਦੁਨੀਆ ਭਰ ਦੇ ਮਰੀਜ਼ਾਂ ਨੂੰ ਪਤਾ ਉੱਥੇ ਹਜ਼ਾਰਾਂ ਹੀ ਕਸਟਮਰ ਆਉਂਦੇ ਉਹਨਾਂ ਕੋਲ। ਰਾਣਾ ਜੀ ਦੇ ਨਾਲ ਮੈਂ ਸੰਪਰਕ ਕਰਦਾ, 2-4 ਦਿਨਾਂ ਨੂੰ ਜਾਵਾਂਗਾ, ਉਹ ਮੈਨੂੰ ਮਨਾ ਨਹੀਂ ਕਰਨਗੇ, ਉਹ ਬੜੇ ਹੀ ਸੇਵਾਦਾਰ ਆ। ਉਹਨਾਂ ਦੀ ਤਾਂ ਪਰਮਾਤਮਾ ਬਹੁਤ ਲੰਬੀ ਉਮਰ ਕਰੇ, ਉਹਨਾਂ ਕਿਸਾਨਾਂ ਵਾਸਤੇ ਬਹੁਤ ਕੁਝ ਕੀਤਾ ਜੀ ਜੀ। ਔਰ ਅਸੀਂ ਦੱਸ ਨਹੀਂ ਸਕਦੇ, ਤੁਹਾਨੂੰ ਸਾਰੇ ਨੂੰ ਪਤਾ ਹੈ, ਦੁੱਧ ਪਾਣੀ ਹੋਰ ਸਾਰੀ ਸੇਵਾ ਕਿ ਆਪਣੀ ਉੱਥੋਂ ਉਹਨਾਂ ਨੇ ਆਪਣੀ ਜ਼ਮੀਨ ਵੀ ਵੇਚ ਦਿੱਤੀ ਸੀ ਬਿਲਕੁਲ ਜੀ, ਵੀ ਮੈਂ ਕਿਸਾਨਾਂ ਦੀ ਸੇਵਾ ਕਰਨਾ। ਇਸ ਕਰਕੇ ਮਹਾਰਾਜ ਕਰੇ ਉਹਨਾਂ ਦੀ ਉਮਰ ਲੰਬੀ ਹੋਵੇ ਤੇ ਮੈਂ ਉੱਥੇ ਕੈਂਪ ਲਾਉਣਾ ਚਾਹੁੰਦਾ। ਜੀ ਜੀ। ਬਲਕੀਤ ਸਿੰਘ ਜੀ, ਜਿੱਥੋਂ ਤੱਕ ਆਪਾਂ ਗੱਲ ਕਰ ਲਈਏ, ਬਾਕੀ ਦਵਾਈਆਂ ਦੀ ਵੀ ਗੱਲ ਹੋ ਗਈ, ਸਾਰਾ ਕੁਝ ਹੋ ਗਿਆ, ਕਿਵੇਂ ਕੋਈ ਔਖੇ ਕੇਸਿਸ ਤੁਹਾਡੇ ਕੋਲ ਆਏ ਪਿਛਲੇ ਦਿਨਾਂ ਦੇ ਵਿੱਚ, ਜਾਂ ਜਦੋਂ ਦੇ ਤੁਸੀਂ ਸੇਵਾ ਕਰ ਰਹੇ ਹੋ, ਲੋਕਾਂ ਨੂੰ ਦਵਾਈ ਦੇ ਰਹੇ ਹੋ, ਰਾਹਤ ਦੇ ਰਹੇ ਹੋ, ਕਿੱਦਾਂ ਦੇ ਵੱਖ-ਵੱਖ ਔਖੇ ਕੇਸ ਸੀ ਜਿੱਥੇ ਤੁਹਾਨੂੰ ਲੱਗਿਆ ਵੀ ਵਾਕਈ ਦੁਨੀਆ ਬਹੁਤ ਦੁਖੀ ਸੀਗੇ ਔਰ ਬੜੇ ਔਖੇ ਕੇਸ ਸੀਗੇ, ਪਰ ਫਿਰ ਵੀ ਉਹਨਾਂ ਨੂੰ ਰਾਹਤ ਮਿਲੀ, ਜਾਂ ਕੁਝ ਹੱਦ ਤੱਕ ਠੀਕ ਹੋਏ ਜਾਂ ਪੂਰੇ ਠੀਕ ਹੋ ਗਏ? ਸਾਰੇ ਇਸ ਤਰ੍ਹਾਂ ਜੀ, ਜਿਹੜੇ ਮਤਲਬ ਔਖੇ ਕੇਸ ਆ ਰਹੇ ਜੀ, ਸਾਰੇ ਗੋਡਿਆਂ ਵਾਲੇ ਆ ਗਏ, ਸਰਵਾਈਕਲ ਆ ਗਏ, ਕਿਸੇ ਦੀ ਬਾਂਹ ਨਹੀਂ ਖੜੀ ਹੁੰਦੀ, ਕਿਸੇ ਦੇ ਸੈੱਲ ਮੁੱਕ ਗਏ, ਕਿਸੇ ਦੀ ਬਵਾਸੀਰ ਹੋ ਗਈ, ਉਹਨਾਂ ਨੇ 5-5 ਸਾਲਾਂ ਤੋਂ ਤੁਹਾਨੂੰ ਦੱਸਿਆ ਯੂਪੀ ਵਾਲਾ ਕੇਸ ਹੋ ਗਿਆ, ਸਾਰੇ ਔਖੇ ਕੇਸ ਹੀ ਆ ਜੀ। ਜੀ ਹਾਂਜੀ ਜੀ। ਹੁਣ ਆ ਦੇਖੋ ਸੈੱਲ ਦੀ ਦਵਾਈ ਆਪਾਂ ਪਰਮਜੀਤ ਠੇਕੇਦਾਰ ਭਾਗੋ ਮਾਜਰੇ ਤੋਂ, ਉਹਨਾਂ ਦੇ ਕਈ ਮਤਲਬ ਭਈਏ ਸੀ, ਉਹਨਾਂ ਦੇ ਆਪਣੇ ਉਹ ਸੀ ਬਵਾਸੀਰ ਸੀ ਔਰ ਸੈੱਲਾਂ ਦੀ ਦਵਾਈ ਮੈਂ ਦਿੱਤੀ, ਸਾਰੇ ਠੀਕ, ਦੂਜੇ ਦਿਨ ਸੈੱਲ ਪੂਰੇ ਹੋ ਜਾਂਦੇ, ਲੱਖਾਂ 'ਚ ਸੈੱਲ ਆ ਜਾਂਦੇ ਜੀ। ਜੀ ਜੀ। ਸੈੱਲ ਦੀ ਦਵਾਈ ਵੀ ਦੇ ਦੇ। ਹਾਂਜੀ ਪਿਛਲੇ ਦਿਨਾਂ ਦੇ ਵਿੱਚ ਮੇਰੇ ਕੋਲ ਕੋਈ ਵੀ ਕਿਸੇ ਵੀ ਦਵਾਈ ਬਾਰੇ ਤੁਸੀਂ ਸੰਪਰਕ ਕਰ ਸਕਦੇ ਆ। ਹਾਰਟ ਦੀ ਬਲੌਕੇਜ ਹੋ ਜਾਵੇ ਜਾਂ ਸਟੰਟ ਪੈਣਾ ਹੋਵੇ, ਕਿਸੇ ਵੀ ਹੋਰ ਤਰੀਕੇ ਤੇ ਮੇਰੀ ਸਲਾਹ ਲੈ ਕੇ ਤੁਸੀਂ ਮੇਰੇ ਤੋਂ ਦਵਾਈ ਲੈ ਸਕਦੇ। ਹਾਂਜੀ, ਜਿਸ ਤਰੀਕੇ ਦੇ ਨਾਲ ਪਿੱਛੇ ਤੁਸੀਂ ਆਪਾਂ ਸਾਰੇ ਜਾਣਦੇ ਆ ਕਿ ਦੁਨੀਆ ਤੇ ਇੱਕ ਬੜਾ ਕਹਿਰ ਵਾਪਰਿਆ, ਖਾਸ ਕਰਕੇ ਕਰੋਨਾ ਦੀ ਜੇ ਆਪਾਂ ਗੱਲ ਕਰੀਏ, ਕਰੋਨਾ ਨੇ 2-2.5 ਸਾਲ ਦੁਨੀਆ ਹਿਲਾ ਕੇ ਰੱਖੀ ਹੈ ਔਰ ਉਹਦੇ ਨਾਲ ਹੀ ਬਾਅਦ ਵਿੱਚ ਫਿਰ ਹੁਣ ਅੱਜ ਕੱਲ੍ਹ ਜਿਹੜੇ ਨੇ ਡੇਂਗੂ ਵਰਗਾ ਜਾਂ ਚਿਕਨਗੁਨੀਆ ਵਰਗੇ ਕਈ ਜਿਹੜੇ ਨੇ ਬੁਖਾਰ ਆਏ ਨੇ, ਜਿਹਦੇ 'ਚ ਔਰ ਇੱਥੇ ਤੱਕ ਵੀ ਪਿਛਲੇ ਦਿਨਾਂ 'ਚ ਆਇਆ ਵੀ ਲੋਕਾਂ ਦੇ ਲੈਬੋਰਟਰੀ ਤੋਂ ਜੋ ਟੈਸਟ ਕਰਾਏ ਨੇ ਤੇ ਉਹਦੇ 'ਚ ਨਾ ਚਿਕਨਗੁਨੀਆ ਆਇਆ, ਨਾ ਕਰੋਨਾ ਆਇਆ, ਨਾ ਕੋਈ ਹੋਰ ਡੇਂਗੂ ਆਇਆ, ਨਾ ਮਲੇਰੀਆ ਆਇਆ, ਪਰ ਸੈੱਲ ਡਾਊਨ ਹੋਏ ਨੇ ਲੋਕਾਂ ਦੇ। ਹਾਂਜੀ ਜੀ ਜੀ। ਸੈੱਲਾਂ ਦੇ ਉੱਤੇ ਮਤਲਬ ਕਾਫੀ ਅਸੀਂ ਮਤਲਬ ਦਵਾਈ ਜਿੰਨੇ ਕੋ ਮੇਰੇ ਸੰਪਰਕ 'ਚ ਲੈ ਕੇ ਗਏ ਆ, ਦੂਏ ਦਿਨ ਉਹ ਸੈੱਲ ਦੀ ਇਸ ਤਰ੍ਹਾਂ ਵੀ ਚਮਚਾ ਇੱਕ ਦਵਾਈ ਲਓ ਸਾਡੀ, ਉਹਨੂੰ ਚੱਟੋ, ਤੁਸੀਂ ਚੱਟਣ ਤੋਂ ਬਾਅਦ ਉਂਗਲੀ ਦੇ ਨਾਲ ਚੱਟਣ ਤੋਂ ਬਾਅਦ ਤੁਸੀਂ 1 ਗਲਾਸ ਪਾਣੀ ਦੁੱਧ ਦਾ ਪੀ ਲਓ ਜੀ ਜੀ। 2 ਟਾਈਮ ਲਓ, ਸੈੱਲ ਪੂਰੇ ਹੋ ਜਾਣਗੇ ਜੀ ਜੀ। ਅੱਛਾ ਜੀ। ਉਹਦੇ ਵਿੱਚ ਕੁਝ ਖਾਸ ਤਰ੍ਹਾਂ ਦੀ ਜੜੀ ਬੂਟੀਆਂ ਨੇ ਜੜੀਆਂ ਬੂਟੀਆਂ ਸਾਡੇ ਕੋਲ ਸਾਰੇ ਕੰਮ ਦੀ ਜੜੀਆਂ ਬੂਟੀਆਂ ਹੈ ਜੀ 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 ਜੀ। ਤੇ ਬਾਕੀ ਇਹਦਾ ਵੀ ਤੁਸੀਂ ਖਾਸ ਤੌਰ ਤੇ ਦੱਸਿਆ ਸੀ, ਕਿਉਂਕਿ ਮੈਂ ਬਾਰ-ਬਾਰ ਤਾਂ ਪੁੱਛ ਰਹੀ ਹਾਂ ਕਿਉਂਕਿ ਮੈਂ ਇੰਟਰਸਟਿੰਗ ਤਾਂ ਲੱਗਿਆ, ਮੈਂ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ। ਇਹਦਾ ਵੀ ਤੁਸੀਂ ਕੋਈ ਕੰਬੀਨੇਸ਼ਨ ਹੈਗਾ, ਤੁਸੀਂ ਕਿਹਾ ਵੀ ਪਹਿਲੇ ਲੇਪ ਕਰਕੇ ਫਿਰ ਉਤੋਂ ਅੱਧਾ ਗਲਾਸ ਜਾਂ ਗਲਾਸ ਜਿਹੜਾ ਪਾਣੀ ਪੀ ਲੈਣਾ, ਨਾਲ ਦੀ ਨਾਲ ਕੋਸਾ ਗਰਮ, ਕੋਈ ਕੰਬੀਨੇਸ਼ਨ ਹੈ ਉਹਦਾ ਇਹਦੇ ਨਾਲ? ਨਹੀਂ, ਉਹ ਮਤਲਬ ਥੋੜਾ ਸਰੀਰ ਅੰਦਰੋਂ ਗਰਮ ਹੋ ਜਾਂਦਾ ਤੇ ਜ਼ਿਆਦਾ ਐਕਟਿਵ ਹੁੰਦਾ, ਇਫੈਕਟ ਕਰਦਾ ਜੀ। ਤੇ ਹੋਰ ਤੁਸੀਂ ਇਹਦੇ ਬਾਰੇ ਕੋਈ ਤੁਹਾਡੇ ਕੋਲ ਕੀ ਕੋਈ ਖਾਸੀਅਤ ਆਪਾਂ ਦੇਖ ਰਹੇ ਹਾਂ, ਤੇ ਇਲਾਵਾ ਹੋਰ ਕਿਦਾਂ ਦੇ ਲੋਕ ਨੇ ਔਰ ਕੀ ਸੰਦੇਸ਼? ਖਾਸ ਇਸ ਤਰ੍ਹਾਂ ਜੀ, ਜੋ ਵੀ ਬੰਦਾ ਇਹ ਵੀਡੀਓ ਨੂੰ ਦੇਖੇ ਉਹ ਵੱਧ ਤੋਂ ਵੱਧ ਸ਼ੇਅਰ ਕਰੇ ਔਰ ਲੋਕਾਂ ਨੂੰ ਦੱਸੇ। ਦੂਸਰਾ ਇਹ ਵੀ ਕਿਸੇ ਨੇ ਕੋਰੀਅਰ ਮੰਗਾਉਣਾ ਹੋਵੇ ਜਾਂ ਕੋਈ ਆਪਣੀ ਦਵਾਈ ਘਰ ਮੰਗਾਣੀ, ਉਹ ਵੀ ਪਹੁੰਚ ਜਾਗੀ। ਪਰ ਇੱਕ ਦਿੱਕਤ ਨਾ ਕਰਨ, ਪਰੇਸ਼ਾਨ ਬਹੁਤ ਹੁੰਨੇ ਆਪਾਂ ਵੀ ਜਦੋਂ ਕੋਰੀਅਰ 1-2 ਦਿਨ ਲੇਟ ਹੁੰਦਾ ਨਾ ਤੇ ਸਾਨੂੰ ਬਹੁਤ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਜੀ। ਜੇ 2 ਦਿਨ ਕੋਰੀਅਰ ਲੇਟ ਵੀ ਮਿਲ ਜਾਵੇ ਤਾਂ ਤੁਸੀਂ ਸਾਨੂੰ ਪਰੇਸ਼ਾਨ ਨਾ ਕਰਿਆ ਕਰੋ। ਮੈਂ ਸਾਰੇ ਮਰੀਜ਼ਾਂ ਨੂੰ ਇਹ ਅਪੀਲ ਹੀ ਕਰਦਾ ਹੈਗਾ ਵੀ ਤੁਸੀਂ ਇਹ ਦਵਾਈ ਨੂੰ ਲਓ। ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਉਹ ਸਾਨੂੰ ਦੱਸੋ। 79 ਸੈਕਟਰ 9 ਨੰਬਰ ਸ਼ੋਰੂਮ ਬੇਸਮੈਂਟ 'ਚ ਸਾਡੇ ਸਕਰੀਨ ਥੱਲੇ 3-4 ਨੰਬਰ ਚੱਲ ਰਹੇ ਆ, ਉਹਨਾਂ ਤੇ ਸੰਪਰਕ ਕਰੋ। ਇਹ ਮੇਰਾ ਇਕੱਲੇ ਦਾ ਕੰਮ ਨਹੀਂ, ਮੇਰਾ ਤੁਹਾਡੇ ਸੰਯੋਗ ਨਾਲ ਹੀ ਇਹ ਕੰਮ ਦੇ ਨਾਲ ਸੇਵਾ ਹੋਣੀ ਆ। ਕੋਈ ਜੇ ਕਹੋ ਮੈਂ ਇਕੱਲਾ ਹੀ ਕੋਈ ਇੰਨੀ ਸੇਵਾ ਕਰ ਲੂੰਗਾ ਤੇ ਮੇਰੇ ਵੱਸ ਦਾ ਰੋਗ ਨਹੀਂ ਹੈ। ਇਹ ਸਾਡੇ ਨਾਲ ਸੀਗੇ ਭਾਈ ਮਲਕੀਤ ਸਿੰਘ ਜੀ, MD ਨੇ, ਦਵਾਖਾਨਾ ਮਾਨ ਦਵਾਖਾਨਾ ਜਿਹੜਾ ਹੈ ਆਯੁਰਵੈਦਿਕ ਦਵਾਖਾਨਾ, ਉਹਦੇ MD ਨੇ, ਮੈਨੇਜਿੰਗ ਡਾਇਰੈਕਟਰ ਨੇ। ਬਹੁਤ ਹੀ ਵਧੀਆ ਇਨਸਾਨ ਲੱਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਦੇਖੀ ਅਸੀਂ, ਮਰੀਜ਼ਾਂ ਦੇ ਨਾਲ ਬਹੁਤ ਹੀ ਤਾਲਮੇਲ, ਬੜੀ ਠਰਮੇ ਦੇ ਨਾਲ ਉਹਨਾਂ ਨੂੰ ਸੁਣਦੇ ਨੇ, ਉਹਦੇ ਬਾਅਦ ਉਹਨਾਂ ਦੀ ਤਕਲੀਫ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਨੇ ਔਰ ਜਦੋਜਹਿਦ 'ਚ ਰਹਿੰਦੇ ਨੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਮੈਂ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਕੇ ਉਹਨਾਂ ਦੀ ਤਕਲੀਫ ਨੂੰ ਦੂਰ ਕਰ ਸਕਾਂ, ਉਹਨਾਂ ਨੂੰ ਜਿਹੜਾ ਰਾਹਤ ਪਹੁੰਚਾ ਸਕਾਂ। ਇਹ ਖਾਸ ਕਰਕੇ ਤੇਲ ਆਪ ਅੱਗੇ ਹੋ ਕੇ ਲਾਉਂਦੇ ਨੇ ਲੋਕਾਂ ਦੇ ਔਰ ਉਹਨਾਂ ਨੂੰ
ਕਹਿੰਦੇ ਨੇ ਕਿ ਤੁਸੀਂ ਆਪਣਾ ਜੋੜ ਹੁਣ ਦੇਖੋ, ਪਹਿਲੇ ਨਾਲੋਂ ਠੀਕ ਮਹਿਸੂਸ ਕਰ ਰਹੇ ਕਿ ਨਹੀਂ। ਅਸੀਂ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਕਿ 2-3 ਮਰੀਜ਼ ਇੱਥੇ ਆਏ ਨੇ ਤੇ ਜਿਹੜਾ ਸਾਡੇ ਬੈਠੇ ਤੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ, ਖਾਸ ਕਰਕੇ ਜਿਨ੍ਹਾਂ ਦੀ ਕਿਸੇ ਦੀ ਸ਼ੋਲਡਰ ਜਿਹੜੀ ਸੀ ਉਹ ਫਰੀਜ਼ ਹੋ ਗਈ ਸੀ, ਕਿਸੇ ਦਾ ਗੋਡਾ ਜਿਹੜਾ ਸੀ ਉਹ ਕੰਮ ਨਹੀਂ ਸੀ ਕਰ ਰਿਹਾ। ਔਰ ਇੱਕ ਤਾਂ ਇਹੋ ਜਿਹਾ ਮਰੀਜ਼ ਆਇਆ ਜਿਹਨੇ ਕਿਹਾ ਕਿ ਮੈਂ ਕੈਂਸਰ ਹਸਪਤਾਲ ਜਾਂ ਕੈਂਸਰ ਇੰਸਟੀਚਿਊਟ ਦੇ ਵਿੱਚ ਖੁਦ ਕੰਮ ਕਰਦਾ ਰਿਹਾ ਔਰ ਦਵਾਈ ਵੀ ਬਹੁਤ ਲਈ, ਪਰ ਮੈਂ ਸੁਣ ਕੇ ਦੇਖ ਕੇ ਇੱਥੇ ਆਇਆ ਔਰ ਲਵਾਉਣ ਤੋਂ ਬਾਅਦ ਮੈਨੂੰ ਬਹੁਤ ਰਾਹਤ ਮਿਲੀ ਹੈ। ਹਜੂਰ ਸਾਹਿਬ ਕੰਮ ਕਰਨ ਵਾਸਤੇ ਤਿਆਰ ਹੋਏ ਸਨ। ਔਰ ਖਾਸ ਕਰਕੇ ਕਮਿਟ ਕਰਕੇ ਗਏ ਕਿ ਹਜੂਰ ਸਾਹਿਬ, ਹਾਂ ਮੇਰੇ ਨਾਲ ਕਮਿਟ ਕਰਕੇ ਗਏ ਆ। 2 ਸਰਦਾਰ ਜੀ ਸੀਗੇ, ਉਹਨਾਂ ਦਾ ਨਾਮ ਮੈਡਮ ਨੇ ਲਿਖ ਲਿਆ ਹੈਗਾ। ਉਹ ਕਹਿੰਦੇ ਹਜੂਰ ਸਾਹਿਬ ਅਸੀਂ ਕੈਂਪ ਲਾਵਾਂਗੇ, ਉੱਥੇ ਬਹੁਤ ਹੀ ਮੇਰਾ ਉਹਨਾਂ ਨੂੰ ਸੰਯੋਗ ਹੋਊਗਾ। ਉਹ ਅੱਜ ਚੱਲ ਗਏ ਆ ਤੇ ਮੇਰੇ ਕੋਲ ਟਾਈਮ ਘੱਟ ਸੀਗਾ ਤੇ ਉਹਨਾਂ ਦਾ ਨੰਬਰ ਆਪਾਂ ਲਿਖ ਲਿਆ, ਮੈਡਮ ਤੁਹਾਡੇ ਸਾਹਮਣੇ ਹੀ ਆ। ਤੇ ਮੈਂ ਉਹਨਾਂ ਨੂੰ ਹੱਥ ਵੀ ਮਿਲਾਇਆ, ਪੱਕੀ ਗੱਲ ਵੀ ਹੱਥ ਤਾਂ ਮਿਲਾਇਓ ਸਰਦਾਰਾਂ ਵਾਲਾ ਕੰਮ ਕਰਕੇ ਜੇ ਤੁਸੀਂ ਇੱਥੇ ਕੰਮ ਕਰ ਸਕਦੇ ਹੋ। ਉੱਥੇ ਅਸੀਂ ਬਹੁਤ ਹੀ ਕੰਮ ਕਰ ਸਕਦੇ ਹਾਂ, ਜਿਹੜੀਆਂ ਦਵਾਈਆਂ ਦੇਣੀਆਂ ਦੇਵਾਂਗੇ, ਨਹੀਂ ਤਾਂ ਲੋਕਾਂ ਦੀ ਮਰੀਜ਼ਾਂ ਦੀ ਅਸੀਂ ਲਿਸਟ ਬਣਾਵਾਂਗੇ ਉਹ ਕਿਹੜੀ ਬਿਮਾਰੀ, ਫਿਰ ਅਸੀਂ ਉਹਨਾਂ ਨੂੰ, ਮੈਂ ਸਟਾਫ ਹੈਗਾ ਮੇਰੇ ਕੋਲ ਕਾਫੀ, ਤੇ ਅਸੀਂ ਉਸ ਸਟਾਫ ਨੂੰ ਕਹਿ ਕੇ ਉਹਨਾਂ ਨੂੰ ਫੋਨ ਕਰਾਂਗੇ। ਜੀ ਤੁਸੀਂ ਕੋਰੀਅਰ ਵਾਲੀ ਗੱਲ ਬੜੀ ਇੰਟਰਸਟਿੰਗ ਕਹੀ ਸੀ, ਵਿਦ ਕੋਰੀਅਰ ਵੀ ਪਹੁੰਚਾਉਂਦੇ ਹੋ ਤੁਸੀਂ ਲੋਕਾਂ ਨੂੰ। ਹਾਂਜੀ ਤੇ ਤੁਹਾਡੇ ਕੋਲ ਇੱਥੇ ਰੋਜ਼ ਦੀ ਜਿਹੜੀ ਆਵਾਜਾਈ ਕਿੰਨੀ ਕੁ ਇੱਥੇ ਖਾਸ ਕਰਕੇ? ਇੱਥੇ ਸਾਡੇ ਕੋਲ 40-50 ਬੰਦੇ ਆ ਜਾਂਦੇ ਜੀ, 60 ਬੰਦੇ ਆ ਜੀ, ਹਾਂ ਦੀ ਰੋਜ਼ ਆਉਂਦੇ, ਪਰ ਰਸ਼ ਬਹੁਤ ਹੋ ਜਾਂਦਾ। ਸਾਡੇ ਕੋਲ ਕੋਰੀਅਰ ਕੱਢਣ ਦਾ ਬੜਾ ਮੁਸ਼ਕਲ ਹੋ ਜਾਂਦਾ। ਹੁਣ ਅਸੀਂ ਕਾਫੀ ਮੈਂ ਸਟਾਫ ਵਧਾਇਆ ਜੀ। ਔਰ ਉਹਦੇ ਚ ਖਾਸ ਕਰਕੇ ਜਿਹੜਾ ਤੁਹਾਡਾ ਹੈਗਾ ਮਰੀਜ਼ ਜਿਹੜੇ ਆਉਂਦੇ ਉਹ ਗੋਡਿਆਂ ਵਾਲੇ ਆਉਂਦੇ ਆ ਜਾਂ ਕੋਈ ਹੋਰ ਵੀ? ਗੋਡਿਆਂ ਦੇ ਆਉਂਦੇ, ਹਰਨੀਆਂ ਦੇ ਜਾਂ ਚਿੱਟਾ ਮੋਤੀਆ ਕਾਲਾ ਮੋਤੀਆ ਦੇ ਆਉਂਦੇ, ਜਿੱਦਾਂ ਵੀ ਉਹ ਮੇਰੀ ਵੀਡੀਓ ਦੇਖਦੇ ਉਸ ਹਿਸਾਬ ਦੇ ਮਰੀਜ਼ ਆਉਂਦੇ ਜੀ। ਹਾਂਜੀ। ਤੇ ਇਹ ਤੋਂ ਜਿਸ ਤਰੀਕੇ ਦੇ ਨਾਲ ਸਰਦਾਰ ਸਾਹਿਬ ਨੇ ਦੱਸਿਆ, ਭਾਈ ਮਲਕੀਤ ਸਿੰਘ ਜੀ ਨੇ ਦੱਸਿਆ ਵੀ ਹਰਨੀਆਂ ਦੇ, ਗੋਡੇ ਦੇ ਮਰੀਜ਼ ਸਾਡੇ ਕੋਲ ਲਗਾਤਾਰ ਆਉਂਦੇ ਔਰ ਇੱਥੇ ਕਾਫੀ ਮਰੀਜ਼ ਆਉਂਦੇ ਆ ਔਰ ਉਹ ਦਵਾਈ ਜਦੋਂ ਲੈ ਕੇ ਜਾਂਦੇ ਤਾਂ ਉਹਨਾਂ ਨੂੰ ਕਾਫੀ ਰਿਲੀਫ ਜਿਹੜਾ ਮਹਿਸੂਸ ਹੁੰਦਾ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਇਹ ਜਿਹੜੀ ਸੇਵਾ ਹੈ ਲਗਾਤਾਰ ਕਰਦੇ ਰਹਾਂਗੇ। ਇੱਕ ਮਰੀਜ਼ ਤਾਂ ਇੱਥੇ ਤੱਕ ਕਿ ਆਇਆ ਔਰ ਖੁਸ਼ ਹੋ ਕੇ ਗਿਆ ਤੇ ਕਹਿੰਦੇ ਵੀ ਅਸੀਂ ਖੁਦ ਜਿਹੜਾ ਹੈ ਇਸ ਤਰੀਕੇ ਦਾ ਕੈਂਪ ਜਿਹੜਾ ਲਾਉਣਾ ਚਾਹੁੰਦੇ ਹਾਂ। ਤੇ ਇਹਨਾਂ ਨਾਲ ਗੱਲ ਪੱਕੀ ਕਰਕੇ ਗਏ ਨੇ ਕਿ ਹਜ਼ੂਰ ਸਾਹਿਬ ਵੀ ਅਸੀਂ ਇਹ ਜਿਹਾ ਕੈਂਪ ਲਾਵਾਂਗੇ ਜਿੱਥੇ ਕਿ ਦੁਨੀਆ ਜਿਹੜੀ ਦੁਖੀ ਹੈ, ਬਿਮਾਰ ਹੈਗੀ ਹੈ, ਤਕਲੀਫ 'ਚ ਹੈਗੀ ਹੈ, ਉਹਨਾਂ ਨੂੰ ਇਹ ਦਵਾਈਆਂ ਦਾ ਕੈਂਪ ਲਾ ਕੇ ਰਾਹਤ ਦੇਵਾਂਗੇ। ਅੱਗੇ ਵੀ ਇਹਨਾਂ ਨਾਲ ਮਿਲਦੇ ਰਹਾਂਗੇ। ਤੁਹਾਨੂੰ ਵੀ ਗੁਜ਼ਾਰਿਸ਼ ਹੈ ਇੱਥੇ ਇੱਕ ਵਾਰ ਜ਼ਰੂਰ ਆਓ। ਕੋਈ ਵੀ ਤਕਲੀਫ ਹੈਗੀ ਹੈ ਆ ਕੇ ਇੱਥੇ ਆਰਾਮ ਦੇ ਨਾਲ ਆਪਣੀ ਦਵਾਈ ਲਓ, ਉਹਨੂੰ ਵਰਤੋ 2-3 ਮਹੀਨੇ। ਵੈਸੇ ਤੁਹਾਨੂੰ 3-4 ਮਿੰਟ 'ਚ ਗੋਡੇ ਔਰ ਮੋਢੇ ਵਾਲਿਆਂ ਨੂੰ ਤਾਂ ਰਾਹਤ ਮਿਲ ਜਾਏਗੀ, ਤਕਲੀਫ ਤੋਂ ਥੋੜ੍ਹਾ ਜਿਹਾ ਛੁਟਕਾਰਾ ਮਿਲੇਗਾ, ਪਰ 2.5-3 ਮਹੀਨੇ ਜਦੋਂ ਤੁਸੀਂ ਇਹਨੂੰ ਲਗਾਤਾਰ ਲਾਓਗੇ ਤਾਂ ਤੁਹਾਡੇ ਫਰੀਜ਼ ਹੋਏ ਜਿਹੜੇ ਸ਼ੋਲਡਰ ਨੇ ਫਰੋਜ਼ਨ ਉਹ ਠੀਕ ਹੋ ਜਾਣਗੇ, ਗੋਡੇ ਜਿਹੜੇ ਨੇ ਉਹ ਠੀਕ ਹੋ ਜਾਣਗੇ ਔਰ ਡੈਫੀਨੇਟਲੀ ਆਪਰੇਸ਼ਨਾਂ ਤੋਂ ਬਚੋਗੇ। ਜ਼ਰੂਰ ਆਓ। 79 ਸੈਕਟਰ ਬੇਸਮੈਂਟ ਹੈਗਾ ਇਹ। ਨਾਮ ਇਹਦਾ ਫਿਰ ਤੋਂ ਮੈਂ ਦੱਸ ਦੇਣੀ ਹੈ, ਮਾਨ ਆਯੁਰਵੈਦਿਕ ਦਵਾਖਾਨਾ, ਤੇ MD ਸਾਹਿਬ ਇੱਥੇ ਨੇ ਜਿਨ੍ਹਾਂ ਦਾ ਨਾਮ ਹੈ ਭਾਈ ਮਲਕੀਤ ਸਿੰਘ ਜੀ। ਬਹੁਤ ਬਹੁਤ ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।